ਹੈਲੋ ਸਤਿ ਸ਼੍ਰੀ ਅਕਾਲ ਸਟੂਡੈਂਟਸ। ਜਿਵੇਂ ਕਿ ਤੁਸੀਂ ਲਾਸਟ ਵੀਡੀਓ ਦੇਖੀ ਹੋਏਗੀ ਵਰਬਸ ਦੀ ਤੇ ਵਰਬ ਦੀ ਜਿਹੜੇ ਨਾਲ ਮੋਡਲਸ ਵਾਲੇ ਹੈਗੇ ਤਾਂ ਉਹ ਵੀ ਆਪਾਂ ਕੀਤੇ ਹੈਗੇ ਆ। ਤੇ ਹੁਣ ਜਿਹੜਾ ਆਪਾਂ ਕਰਨ ਜਾ ਰਹੇ ਹਾਂ ਉਹ ਆਪਾਂ ਕਹਿ ਸਕਦੇ ਹਾਂ ਕਿ ਇੰਗਲਿਸ਼ ਦੀ ਲੈਂਗੁਏਜ ਦੇ ਵਿੱਚ ਜਾਂ ਪੰਜਾਬ ਦੇ ਕਿਸੇ ਵੀ ਕੰਪੀਟੀਟਿਵ ਜਾਂ ਕਿਸੇ ਵੀ ਹੋਰ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਇੰਗਲਿਸ਼ ਲੈਂਗੁਏਜ ਦਾ ਜਿਹੜਾ ਮੇਨ ਰੋਲ ਹੈ ਉਹ ਹੈਗਾ ਟੈਂਸਿਸ ਦਾ। ਟੈਂਸਿਸ ਨੂੰ ਆਪਾਂ ਉਹਨਾਂ ਨੂੰ ਕਹਿੰਦੇ ਆ ਵੌਇਸਿਸ, ਐਕਟਿਵ ਵੌਇਸਿਸ, ਪੈਸਿਵ ਵੌਇਸਿਸ ਤੇ ਸੈਂਟੈਂਸ ਫਾਰਮੇਸ਼ਨ ਜਾਂ ਜੋ ਵੀ ਫੁੱਲੀ ਆਪਣਾ ਮੇਨ ਕੰਪਲਿਕੇਟਡ ਏਰੀਆ ਕਹਿ ਸਕਦੇ ਹਾਂ, ਮੇਨ ਕੰਪਲਿਕੇਟਡ ਪਾਰਟ ਕਹਿ ਸਕਦੇ ਹਾਂ ਤਾਂ ਉਹ ਹੈਗਾ ਆਪਣਾ ਸੈਂਟੈਂਸ ਫਾਰਮੇਸ਼ਨ, ਸੈਂਟੈਂਸਿਸ, ਟੈਂਸਿਸ, ਵੌਇਸਿਸ। ਤਾਂ ਉਹ ਆਪਾਂ ਅੱਜ ਕੀ ਹੈ ਸ਼ੁਰੂ ਕਰਨ ਜਾ ਰਹੇ ਹਾਂ। ਤੇ ਜੋ ਵੀ ਕਰਾਂਗੇ ਹਰ ਇੱਕ ਚੀਜ਼ ਧਿਆਨ ਦੇ ਨਾਲ ਸੁਣਿਓ ਤੇ ਧਿਆਨ ਦੇ ਨਾਲ ਕਰਿਓ, ਠੀਕ ਹੈ। ਤੇ ਸੈਕੰਡ ਥਿੰਗ, ਜਿਹੜੀ ਚੀਜ਼ ਆਪਾਂ ਲਿਖਾਂਗੇ ਕੋਈ ਵੀ ਚੀਜ਼ ਵੇਸਟ ਨਹੀਂ ਹੈਗੀ, ਉਸ ਚੀਜ਼ ਦਾ ਤੁਸੀਂ ਨੋਟਸ ਜ਼ਰੂਰ ਬਣਾ ਲੈਣਾ। ਪਲੱਸ ਜਿੰਨੀਆਂ ਵੀ ਆਪਾਂ ਟਾਈਪਸ ਜਾਂ ਜਿਸ ਤਰ੍ਹਾਂ ਦੇ ਆਪਾਂ ਟੈਂਸਿਸ ਕਰਾਂਗੇ ਤਾਂ ਹਰ ਇੱਕ ਟੈਂਸ ਦਾ ਕੀ ਹੈ ਤੁਸੀਂ ਪ੍ਰੈਕਟਿਸ ਜ਼ਰੂਰ ਕਰਕੇ ਦੇਖਣੀ ਹੈ। ਇੱਕ ਸੈਂਟੈਂਸ ਘੱਟੋ ਘੱਟ ਮਿਨੀਮਮ 40 to 50 ਟਾਈਮਸ ਤੁਸੀਂ ਜ਼ਰੂਰ ਲਿਖ ਕੇ ਦੇਖਣਾ, ਠੀਕ ਹੈ। ਅਗਰ ਤੁਸੀਂ ਇਹ ਚੀਜ਼ ਚਾਹੁੰਦੇ ਹੋ ਕਿ ਬਿਨਾ ਪੜ੍ਹੇ ਬਿਨਾ ਮਤਲਬ ਜ਼ਿਆਦਾ ਸਟ੍ਰੈਸ ਦਿੱਤੇ ਥੋੜਾ ਆਨਸਰ ਐਕੂਰੇਟ ਹੋ ਜੇ ਉੱਥੇ, ਹੈ ਨਾ, ਐਗਜ਼ਾਮ ਦੇ ਵਿੱਚ ਆਪਣੀ ਜਿਹੜੀ ਐਕੂਰੇਸੀ ਹੈ ਉਹ ਬਿਲਕੁਲ ਪੀਕ ਪੁਆਇੰਟ ਤੇ ਹੋ ਜੇ, ਤਾਂ ਉਹਦੇ ਲਈ ਆਪਾਂ ਨੂੰ ਕੀ ਚੀਜ਼ ਆਪਾਂ ਨੂੰ ਅੱਗੇ ਲੈ ਕੇ ਆਊਗੀ, ਉਹ ਚੀਜ਼ ਹੈਗੀ ਹੈ ਜੀ ਪ੍ਰੈਕਟਿਸ। ਤਾਂ ਸੈਂਟੈਂਸ ਆਲਮੋਸਟ ਹਰ ਕਿਸੇ ਨੂੰ ਪਤਾ ਹੁੰਦੇ ਆ, ਲੇਕਿਨ ਉੱਥੇ ਐਕੂਰੇਟ ਹੁੰਦੇ ਕਿਹਦੇ ਹੈ ਜਿਹਦੀ ਪ੍ਰੈਕਟਿਸ ਹੁੰਦੀ ਹੈ, ਜਿਹਦੀ ਉਸ ਚੀਜ਼ ਦੇ ਉੱਤੇ ਕਮਾਂਡ ਜ਼ਿਆਦਾ ਹੁੰਦੀ ਹੈ, ਠੀਕ ਹੈ। ਤਾਂ ਸਟਾਰਟ ਕਰਦੇ ਹਾਂ। ਆਈ ਹੋਪ ਕਿ ਤੁਸੀਂ ਪੂਰਾ ਇਸ ਚੀਜ਼ ਤੋਂ ਖਰੇ ਉਤਰੋਗੇ ਤੇ ਤੁਸੀਂ ਕੀ ਹੈ ਪ੍ਰੈਕਟਿਸ ਕਰੋਗੇ ਇਹਦੀ, ਠੀਕ ਹੈ। ਤਾਂ ਬਸ ਸ਼ੁਰੂ ਕਰਦੇ ਹਾਂ। ਟੈਂਸਿਸ, ਓਕੇ। ਟੈਂਸਿਸ ਦੀ ਅਗਰ ਗੱਲ ਕਰੀਏ, ਫਸਟ ਆਫ ਆਲ ਆਪਾਂ ਇਹਨਾਂ ਨੂੰ ਤਿੰਨ ਟਾਈਪਸ ਵਿੱਚ ਵੰਡਦੇ ਹਾਂ ਜਾਂ ਵੰਡਿਆ ਹੋਇਆ ਹੈ, ਮਤਲਬ ਪ੍ਰੈਜ਼ੈਂਟ, ਪਾਸਟ ਤੇ ਫਿਊਚਰ। ਅੱਗੋਂ ਇਹ ਚਾਰ ਮਤਲਬ ਇੰਡੈਫੀਨਿਟ, ਕੰਟੀਨਿਊਸ, ਪਰਫੈਕਟ ਕੰਟੀਨਿਊਸ। ਸੇਮ ਜਿਵੇਂ ਆਪਾਂ ਆਹ ਚਾਰ ਪ੍ਰੈਜ਼ੈਂਟ ਦੇ ਲਿਖੀਏ, ਸੇਮ ਆਹੀ ਚਾਰ ਪਾਸਟ ਦੇ ਹੋਣਗੇ, ਸੇਮ ਆਹੀ ਚਾਰ ਫਿਊਚਰ ਦੇ ਹੋਣਗੇ। ਤੇ ਜਿਹੜੇ ਆਪਾਂ ਕੀ ਹੈ ਐਕਟਿਵ ਟੂ ਪੈਸਿਵ ਬਣਾਵਾਂਗੇ ਉਹ ਆਪਾਂ ਅਗਲੀ ਵੀਡੀਓ ਵਿੱਚ ਦੇਖਾਂਗੇ ਕਿ ਐਕਟਿਵ ਕੀ ਹੁੰਦੇ ਆ ਤੇ ਪੈਸਿਵ ਕੀ ਹੁੰਦੇ ਆ ਜਾਂ ਉਹਨਾਂ ਨੂੰ ਚੇਂਜ ਕਿਵੇਂ ਕੀਤਾ ਜਾਂਦਾ ਹੈ, ਠੀਕ ਹੈ। ਫਸਟ ਆਫ ਆਲ ਆਪਾਂ ਅੱਜ ਕਰਨ ਜਾ ਰਹੇ ਹਾਂ ਮੇਨ ਸਾਰੇ ਤਰ੍ਹਾਂ ਦੇ ਟੈਂਸਿਸ, ਲਾਈਕਵਾਈਜ਼ present indefinite, present continuous, present perfect continuous, past indefinite, past continuous, past perfect continuous, future indefinite, future continuous, future perfect continuous। ਤਾਂ ਇਹ ਆਪਾਂ ਅੱਜ ਤੁਸੀਂ ਇਹ ਕਹਿ ਸਕਦੇ ਹੋ 4 8 ਤੇ 4 12 ਦੇ 12 ਟਾਈਪਸ ਆਪਾਂ ਅੱਜ ਕੀ ਹੈ ਦੇਖਾਂਗੇ। ਹਰ ਇੱਕ ਚੀਜ਼ ਮੈਂ ਵਾਰ-ਵਾਰ ਕਹਿ ਰਿਹਾ ਧਿਆਨ ਦੇ ਨਾਲ ਸਮਝਣਾ ਕਿ ਕਿੱਥੇ ਵਾਸ ਆਏਗਾ, ਕਿੱਥੇ ਵਰ ਆਏਗਾ, ਆਈ ਦੇ ਨਾਲ ਕੀ ਆਏਗਾ ਤੇ ਕਿਉਂ ਆਏਗਾ ਹਰ ਇੱਕ ਚੀਜ਼, ਹੈ ਨਾ। ਓਕੇ, ਦੇਖਦੇ ਹਾਂ ਆਪਾਂ। ਪਹਿਲਾਂ ਇੰਡੈਫੀਨਿਟ ਆਪਾਂ ਤਿੰਨੋਂ ਕਰਾਂਗੇ। ਪ੍ਰੈਜ਼ੈਂਟ, ਇਹਦੇ ਵਿੱਚ ਪ੍ਰੈਜ਼ੈਂਟ ਦੇ ਹੋਣ ਕਰਕੇ ਦਾ ਹੈ, ਤੀ ਹੈ, ਤੇ ਹੈ। ਸੈਂਟੈਂਸ ਦੇ ਐਂਡ ਤੇ ਇਹ ਵਾਲੀ ਚੀਜ਼ਾਂ ਆਣਗੀਆਂ। ਮਤਲਬ ਜਿਹਦੀ ਆਇਡੈਂਟੀਫਿਕੇਸ਼ਨ ਦੀ ਅਗਰ ਮੈਂ ਗੱਲ ਕਰਾਂ ਤਾਂ ਉਹ ਤੁਹਾਡੇ ਲਈ ਮਸਟ ਹੈ। ਕਿਉਂ? ਬਿਕੋਜ਼ ਤੁਹਾਨੂੰ ਆਇਡੈਂਟੀਫਿਕੇਸ਼ਨ ਹੀ ਨਹੀਂ ਪਤਾ ਤਾਂ ਸੈਂਟੈਂਸ ਤੁਸੀਂ ਕਦੇ ਵੀ ਨਹੀਂ ਬਣਾ ਸਕਦੇ ਤੇ ਕਦੇ ਵੀ ਤੁਸੀਂ ਕੀ ਕਰੈਕਟ ਨਹੀਂ ਚੂਜ਼ ਕਰ ਸਕਦੇ। ਤਾਂ ਉਹਦੀ ਜਿਹੜੀ ਪ੍ਰੈਜ਼ੈਂਟ ਇੰਡੈਫੀਨਿਟ ਜਿਹੜਾ ਰੂਲ ਹੈਗਾ ਉਹਦੀ ਜਿਹੜੀ ਆਇਡੈਂਟੀਫਿਕੇਸ਼ਨ ਹੈਗੀ ਹੈ ਉਹ ਕੀ ਹੈਗੀ ਹੈ, ਉਹ ਸੈਂਟੈਂਸ ਦੇ ਪੰਜਾਬੀ ਦੇ ਵਿੱਚ ਆਏਗਾ ਦਾ ਹੈ, ਦੀ ਹੈ, ਦੇ ਹੈ। ਮਤਲਬ ਮੈਂ ਉਹ ਸਕੂਲ ਜਾਂਦਾ ਹੈ, ਉਹ ਸਕੂਲ ਜਾਂਦਾ ਹੈ। ਤਾਂ ਮਤਲਬ ਦਾ ਹੈ ਪਿੱਛੇ ਆ ਰਿਹਾ ਹੈ। ਉਹ ਮੰਦਿਰ ਜਾਂਦੀ ਹੈ, ਜਾਂਦੀ ਹੈ, ਤਾਂ ਪਿੱਛੇ ਦੀ ਹੈ ਆ ਗਿਆ। ਉਹ ਖੇਡਦੇ ਹੈ ਜਾਂ ਖੇਡਦੇ ਹਨ, ਹੈ ਨਾ, ਤਾਂ ਉੱਥੇ ਦੇ ਹੈ ਜਾਂ ਦੇ ਹਨ ਆ ਗਿਆ। ਤਾਂ ਮਤਲਬ ਕੀ ਹੈ ਕਿਸੇ ਵੀ ਸੈਂਟੈਂਸ ਦੇ ਵਿੱਚ ਜਿਹੜੀ ਆ ਆਇਡੈਂਟੀਫਿਕੇਸ਼ਨਸ ਹੋਣਗੀਆਂ ਤਾਂ ਉੱਥੇ ਪਤਾ ਲੱਗੂਗਾ ਆਪਾਂ ਨੂੰ ਕਿ ਸਿੰਪਲ ਪ੍ਰੈਜ਼ੈਂਟ ਇੰਡੈਫੀਨਿਟ ਦੀ ਗੱਲ ਹੋ ਰਹੀ ਹੈ, ਠੀਕ ਹੈ। ਹੁਣ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦੇਣਾ, ਬੱਚੇ ਅਕਸਰ ਕੀ ਕਰਦੇ ਆ ਸਿੰਪਲ ਪ੍ਰੈਜ਼ੈਂਟ, ਸਿੰਪਲ ਪਾਸਟ ਤੇ ਸਿੰਪਲ ਫਿਊਚਰ ਇੰਡੈਫੀਨਿਟ ਵਾਲੇ ਰੂਲਸ ਨੂੰ ਕਹਿੰਦੇ ਆ,
ठीक है। हुण मैं तुहानूं उत्थे थोड़ा जिहा डिफरेंस दस दिना सिंपल ते इंडेफिनिट। ये है जी प्रेजेंट सिंपल, प्रेजेंट इंडेफिनिट। ठीक है, फर्क की है ਇਹਦੇ ਵਿੱਚ ਤਾਂ ਜੀ ਕੰਮ ਹੋਊਗਾ कि ਉਹ ਸਕੂਲ ਜਾਂਦਾ ਹੈ, ਉਹ ਇੱਕ ਮੁੰਡਾ ਹੈ। ਇਹਦੇ ਵਿੱਚ ਕੀ ਹੈ, ਕਿਰਿਆ ਨਹੀਂ ਹੋ ਰਹੀ। ਦੇਖੋ ਧਿਆਨ ਨਾਲ ਦੇਖੋ, ਇਹਦੇ ਵਿੱਚ ਕੀ ਹੈ, ਕਿਰਿਆ ਨਹੀਂ ਹੋ ਰਹੀ। ਇਹਦੇ ਵਿੱਚ ਜਾ ਰਿਹਾ ਹੈ, ਜਾਂਦਾ ਹੈ, ਤਾਂ ਉੱਥੇ ਵਰਬ ਜਾਂ ਕਿਰਿਆ ਹੋ ਰਹੀ ਹੈ। that is the main difference ਕਿ ਸਿੰਪਲ ਕਿਹੜੇ ਹੁੰਦੇ ਆ ਤੇ ਇੰਡੈਫੀਨਿਟ ਵਾਲੇ ਕਿਹੜੇ ਹੁੰਦੇ ਆ। ਇਹਨਾਂ ਵਿੱਚ ਕਿਰਿਆ ਯੂਜ਼ ਹੋਊਗੀ, ਇਹਨਾਂ ਵਿੱਚ ਕਿਰਿਆ ਯੂਜ਼ ਨਹੀਂ ਹੁੰਦੀ। ਹਾਂ ਠੀਕ ਹੈ, ਹੈਲਪਿੰਗ ਵਰਬ ਆਪਾਂ ਕਹਿ ਸਕਦੇ ਹਾਂ ਹੋਏਗੀ, ਲੇਕਿਨ ਜਿਹੜੀ ਐਕਸ਼ਨ ਵਰਬ ਜਾਂ ਮੇਨ ਵਰਬ ਹੈ ਉਹ ਇੱਥੇ ਨਹੀਂ ਯੂਜ਼ ਕੀਤੀ ਜਾਊਗੀ ਸਿੰਪਲ ਵਾਲੇ ਵਿੱਚ। ਤਾਂ ਮਤਲਬ he is a boy। ठीक है, अगर पास्ट का हुंदा he was a boy, she was a girl, है ना। तो वो वाले सिंपल पास्ट सिंपल प्रेजेंट वाली रहने वाली है, ते जेडे इंडेफिनिट है वो अलग हुंदे हैं, उन्हां विच वर्ब्स हुंदियां। ठीक है, क्वेश्चन विच जे तुहानूं इस तरह दा वैसे ऐसा क्वेश्चन आंदा नहीं है, लेकिन मैं थोड़ा जिहड़ा डाउट है या थोड़े मन विच जो एक पुरानी एक गलत चीज वसी हुई है, कह सकते हैं कि ਉਹ ਚੀਜ਼ ਗਲਤ ਹੈਗੀ, ਜਿਹੜੀ ਗਲਤ ਧਾਰਨਾ ਬਣੀ ਹੋਈ ਹੈ ਉਹ ਤੁਹਾਨੂੰ ਅੱਜ ਕੀ ਹੈ ਕਲੀਅਰ ਕਰ ਦਿੱਤੀ ਜਾ ਰਹੀ ਹੈ ਕਿ ਸਿੰਪਲ ਪ੍ਰੈਜ਼ੈਂਟ ਜਿਹੜੇ ਹੁੰਦੇ ਆ ਉਹਨਾਂ ਵਿੱਚ ਵਰਬ ਮੇਨ ਵਰਬ ਜਿਹੜੀ ਹੁੰਦੀ ਐਕਸ਼ਨ ਵਰਬ ਹੈ ਉਹ ਨਹੀਂ ਹੁੰਦੀ, ਤੇ ਪਾਸਟ ਜਿਹੜੇ ਹੁੰਦੇ ਆ ਪਾਸਟ ਸਿੰਪਲ ਵਾਲੇ ਵੀ ਉਹਨਾਂ ਵਿੱਚ ਵੀ ਮੇਨ ਵਰਬ ਨਹੀਂ ਹੁੰਦੀ, ਐਕਸ਼ਨ ਵਰਬ ਨਹੀਂ ਹੁੰਦੀ। ਠੀਕ ਹੈ, ਤੇ ਇਨਡੈਫੀਨਿਟ ਹੋਏ, ਪਰਫੈਕਟ ਹੋਏ, ਕੰਟੀਨਿਊਸ ਹੋਏ, ਪਰਫੈਕਟ ਕੰਟੀਨਿਊਸ ਹੋਏ, ਇਹਨਾਂ ਵਿੱਚ ਕੀ ਹੈ ਵਰਬ ਯੂਜ਼ ਹੋਊਗੀ। ਠੀਕ ਹੈ, ਪ੍ਰੈਜ਼ੈਂਟ ਇਨਡੈਫੀਨਿਟ ਆਪਾਂ ਕਰਦੇ ਹਾਂ। ਹੁਣ ਆਪਾਂ ਦੇਖਿਆ ਕਿ ਉਹਦੀ ਆਇਡੈਂਟੀਫਿਕੇਸ਼ਨ ਕੀ ਹੈ, ਦਾ ਹੈ, ਦੀ ਹੈ, ਦੇ ਹੈ, ਜਾਂ ਫਿਰ ਦਾ ਹੈ, ਤੀ ਹੈ, ਤੇ ਹੈ, ਆਂਦਾ ਹੈ। ਠੀਕ ਹੈ, ਤਾਂ ਉਹਦੇ ਜਿਹੜੇ ਫਸਟ ਆਫ ਆਲ ਰੂਲ ਦੀ ਗੱਲ ਕਰੀਏ ਤਾਂ ਰੂਲ ਹੈਗਾ ਜੀ ਸਬਜੈਕਟ ਪਲਸ ਵਰਬ ਦੀ ਫਰਸਟ ਫਾਰਮ ਪਲਸ ਐਸ ਜਾਂ ਈਐਸ ਪਲਸ ਆਬਜੈਕਟ। ਹੁਣ ਵਰਬ ਦੀ ਫਰਸਟ ਫਾਰਮ ਦੇ ਨਾਲ ਐਸ ਜਾਂ ਈਐਸ ਕਿਉਂ ਆਂਦਾ ਹੈ ਤੇ ਕਿੱਥੇ ਆਂਦਾ ਹੈ, ਆਪਾਂ ਇੱਥੇ ਦੇਖਾਂਗੇ ਜੀ। ਜਦੋਂ ਸਬਜੈਕਟ ਸਿੰਗੂਲਰ ਹੈ, ਸਿੰਗੂਲਰ ਹੈ, ਸਿੰਗੂਲਰ ਕੱਲ ਦੱਸਿਆ ਸੀ ਤੁਹਾਨੂੰ ਮੈਂ ਲਾਸਟ ਵਰਬ ਦੀ ਵੀਡੀਓ ਦੇ ਵਿੱਚ ਕਿ he she it ਕੋਈ ਵੀ ਨਾਮ, ਐਨੀ ਨੇਮ ਜਾਂ ਐਨੀ ਰਿਲੇਸ਼ਨ, ਤਾਂ ਇਹ ਸਭ ਕੀ ਹੈ ਸਿੰਗੂਲਰ ਵਿੱਚ ਆਉਂਦਾ ਹੈ। ਠੀਕ ਹੈ ਜੀ, ਸਿੰਗੂਲਰ ਵਿੱਚ। ਪਲੂਰਲ, ਪਲੂਰਲ ਹੁੰਦੇ ਆ I we you they, ਤੇ ਇਹ ਚਾਰ ਜਿਹੜੇ ਸਬਜੈਕਟਸ ਹੈਗੇ ਆ ਇਹਨਾਂ ਨੂੰ ਪਲੂਰਲ ਵਿੱਚ ਕਾਊਂਟ ਕੀਤਾ ਜਾਂਦਾ ਹੈ। ਜਿੱਥੇ ਕਿਤੇ ਵੀ ਪ੍ਰੈਜ਼ੈਂਟ ਇੰਡੈਫੀਨਿਟ ਦੇ ਕੇਸ ਵਿੱਚ, ਜਿਵੇਂ ਮੈਂ ਖੇਡਦਾ, ਅਸੀਂ ਖੇਡਦੇ ਹਾਂ, ਤੂੰ ਖੇਡਦਾ ਹੈ, ਉਹ ਖੇਡ ਰਹੇ ਨੇ, ਹਨਾ, ਉਹ ਖੇਡ ਰਹੇ ਹਨ, ਤਾਂ ਉਹਦਾ ਮਤਲਬ ਜਦੋਂ ਪਲੂਰਲ ਫਾਰਮ ਵਿੱਚ ਆ ਚਾਰ ਯੂਜ਼ ਕੀਤੇ ਹੋਣਗੇ ਤਾਂ ਵਰਬ ਦੀ ਫਰਸਟ ਫਾਰਮ ਦੇ ਨਾਲ ਐਸ ਜਾਂ ਈਐਸ ਨਹੀਂ ਆਏਗਾ, ਤੇ ਇੱਥੇ ਵਰਬ ਦੀ ਫਰਸਟ ਫਾਰਮ ਦੇ ਨਾਲ ਐਸ ਜਾਂ ਈਐਸ ਆਏਗਾ। ਮੇਨ ਤਾਂ ਇਹ ਹੈ। ਠੀਕ ਹੈ, ਹੁਣ ਗੱਲ ਆਉਂਦੀ ਹੈ ਕਿ ਐਸ ਆਏਗਾ ਜਾਂ ਈਐਸ ਆਏਗਾ, ਇਹ ਚੀਜ਼ ਡਿਪੈਂਡ ਕਰਦੀ ਹੈ ਜੀ ਵਰਬ ਤੇ। ਜਿਵੇਂ ਗੋ, ਹੁਣ ਗੋ ਦੇ ਨਾਲ ਜਦੋਂ ਆਪਾਂ ਐਸ ਜਾਂ ਈਐਸ ਲਗਾਉਂਦੇ ਆ ਆਪਾਂ ਬਣਾਉਂਦੇ ਆ ਗੋਜ਼, ਨਾ ਕਿ ਆਪਾਂ ਆ ਵਾਲਾ ਗੋਜ਼ ਲਿਖਦੇ। ਠੀਕ ਹੈ, ਅਗਰ ਵਰਕ ਦੀ ਗੱਲ ਕਰੀਏ ਤਾਂ ਉੱਥੇ ਆਪਾਂ ਸਿਰਫ ਐਸ ਲਗਾਉਂਦੇ ਆ, ਵਰਕਸ, ਨਾ ਕਿ ਵਰਕਿੰਗ, ਉੱਥੇ ਆਪਾਂ ਈਐਸ ਨਹੀਂ ਲਗਾਉਂਦੇ। ਤਾਂ ਇਹ ਚੀਜ਼ਾਂ ਕੀ ਹੈਗੀਆਂ, ਐਸ ਜਾਂ ਈਐਸ ਡਿਪੈਂਡ ਕਰਦਾ ਵਰਬਸ ਤੇ। ਠੀਕ ਹੈ, ਤੇ ਜਿਹੜੀਆਂ ਐਸ ਜਾਂ ਈਐਸ ਆਏਗਾ ਜਾਂ ਨਹੀਂ ਆਏਗਾ ਉਹ ਡਿਪੈਂਡ ਕਰੇਗਾ ਆਪਣੇ ਸਬਜੈਕਟ ਤੇ, ਸਿੰਗੂਲਰ ਹੈ ਜਾਂ ਪਲੂਰਲ ਹੈ। ਠੀਕ ਹੈ, ਇਹ ਚੀਜ਼ ਧਿਆਨ ਨਾਲ ਨੋਟ ਡਾਊਨ ਕਰ ਲਓ, ਬਿਕੋਜ਼ ਜਦੋਂ ਆਪਾਂ ਪਰਫੈਕਟ ਕਰਾਂਗੇ ਉੱਥੇ ਹੈਜ਼ ਹੈਵ ਦੇ ਵਿੱਚ ਦਿੱਕਤ ਆਊਗੀ, ਤਾਂ ਸੇਮ ਜਿੱਥੇ ਸਿੰਗੂਲਰ ਹੋਏਗਾ ਹੈਜ਼, ਜਿੱਥੇ ਪਲੂਰਲ ਹੋਏਗਾ ਹੈਵ। ਠੀਕ ਹੈ, ਇਹ ਚੀਜ਼ ਧਿਆਨ ਨਾਲ ਦੇਖ ਲੈਣਾ, ਆਪਾਂ ਕਰਾਂਗੇ। ਓਕੇ, ਠੀਕ ਹੈ, ਡਨ। ਹੁਣ ਆਪਾਂ ਕੀ ਕਰਦੇ ਹਾਂ, ਇੱਕ ਦੋ ਤਿੰਨ ਸੈਂਟੈਂਸ ਬਣਾਉਂਦੇ ਹਾਂ। ਮੈਂ ਬਾਜ਼ਾਰ ਜਾਂਦਾ ਹਾਂ, ਆਏ ਗੋ ਜਾਂ ਗੋਜ਼, ਕਿਉਂਕਿ ਇੱਥੇ ਮੈਂ ਇਜ਼ਮਾ ਤਾਂ ਲਿਖਿਆ ਹੀ ਨਹੀਂ, ਸਬਜੈਕਟ ਤੋਂ ਬਾਅਦ ਕੀ ਆਏਗਾ ਵਰਬ ਦੀ ਫਰਸਟ ਫਾਰਮ। ਠੀਕ ਹੈ, ਗੋ ਲਿਖ ਲਿਆ ਆਪਾਂ, ਨਾਲ ਐਸ ਜਾਂ ਈਐਸ। ਹੁਣ ਇੱਥੇ ਦੇਖੋ ਸਬਜੈਕਟ ਸਿੰਗੂਲਰ ਹੈ ਜਾਂ ਪਲੂਰਲ ਹੈ, ਅਗਰ ਤੁਹਾਨੂੰ ਦਿਖ ਰਿਹਾ ਹੈ ਕਿ ਸਬਜੈਕਟ ਪਲੂਰਲ ਹੈ ਤਾਂ ਉੱਥੇ ਮੈਂ ਨਾਲ ਕਲੀਅਰ ਲਿਖਿਆ ਹੋਇਆ ਹੈ ਕਿ ਐਸ ਜਾਂ ਈਐਸ ਨਹੀਂ ਆਏਗਾ, ਡਾਇਰੈਕਟ ਆਏਗਾ ਆਈ ਗੋ ਟੂ ਮਾਰਕੀਟ। ਠੀਕ ਹੈ, ਹੁਣ ਮੈਂ ਇੱਥੇ ਲਿਖਾਂ ਕਿ ਉਹ ਮੰਦਰ ਜਾਂਦੀ ਹੈ, ਸ਼ੀ
ਹੁਣ ਦੇਖੋ ਜੀ she ਦੇ ਨਾਲ ਕੀ ਆਏਗਾ, ਸਿੰਗੂਲਰ ਹੈ ਜਾਂ ਪਲੂਰਲ ਹੈ, ਠੀਕ ਹੈ ਆਪका ਸਿੰਗੂਲਰ ਹੈ। she goes same again to temple ਬਣ ਗਿਆ। ਸਿਰਫ ਇਸ ਤਰੀਕੇ ਨਾਲ ਆਪਾਂ ਸੈਂਟੈਂਸ ਜਿਹੜੇ ਹੈਗੇ ਆ ਕਰੈਕਟ ਕਰਨੇ ਆ। ਧਿਆਨ ਦੇ ਨਾਲ ਹਰ ਇੱਕ ਚੀਜ਼ ਤੁਸੀਂ ਕਰਨੀ ਹੈ, ਕੋਈ ਵੀ ਚੀਜ਼ ਦੇ ਅਣਗਹਿਲੀ ਨਹੀਂ ਵਰਤਣੀ, ਠੀਕ ਹੈ। ਹਾਂਜੀ, ਹੁਣ ਇਹੀ ਸੈਂਟੈਂਸਸ ਦੇ ਵਿੱਚ ਜਦੋਂ ਆਪਾਂ ਨੈਗੇਟਿਵ ਸੈਂਸ ਵਿੱਚ ਲੈ ਕੇ ਜਾਵਾਂਗੇ, ਨੈਗੇਟਿਵ ਦਾ ਰੂਲ ਕੀ ਹੁੰਦਾ ਹੈ, ਸਬਜੈਕਟ ਪਲਸ ਡੂ ਡਸ। ਇੱਕ ਚੀਜ਼ ਧਿਆਨ ਵਿੱਚ ਰੱਖਣਾ, ਇੰਗਲਿਸ਼ ਦੇ ਵਿੱਚ ਪੂਰੀ ਕਿਤੇ ਵੀ ਚਾਹੇ ਕੋਈ ਇਹੋ ਜਿਹਾ ਐਸਾ ਕੰਡੀਸ਼ਨ ਆ ਜਾਵੇ ਜਿੱਥੇ ਵੀ ਕਿਤੇ ਆਪਾਂ ਨੋਟ ਦੀ ਵਰਤੋਂ ਕਰਨੀ ਹੋਵੇ, ਮਤਲਬ ਨਾ ਦੀ ਵਰਤੋਂ ਕਰਨੀ ਹੋਵੇ, ਤਾਂ ਜਿਹੜਾ ਅਨੋਟ ਹੈ ਹਮੇਸ਼ਾ ਥਰਡ ਪਲੇਸ ਤੇ ਆਏਗਾ। ਹਮੇਸ਼ਾ ਨੋਟ ਜਿਹੜਾ ਹੈਗਾ ਇਹ ਨੋਟ ਜਿਹੜਾ ਹੈਗਾ ਹਮੇਸ਼ਾ ਥਰਡ ਪਲੇਸ ਤੇ ਆਏਗਾ। ਹਾਂਜੀ ਇਹ ਬਿਲਕੁਲ ਸੱਚ ਹੈ, ਪਰ ਜਦੋਂ ਸਬਜੈਕਟ ਦੋ ਅੱਖਰਾਂ ਦਾ ਹੋਵੇ, ਦੋ ਸ਼ਬਦਾਂ ਦਾ ਹੋਵੇ, ਤਿੰਨ ਸ਼ਬਦਾਂ ਦਾ ਹੋਵੇ, ਚਾਰ ਸ਼ਬਦਾਂ ਦਾ ਹੋਵੇ, ਤਾਂ ਉਦੋਂ ਕੀ ਹੈ ਨੋਟ ਦੀ ਅੱਗੇ ਜਿਹੜੀ ਹੈ ਪਲੇਸਮੈਂਟ ਹੁੰਦੀ ਜਾਊਗੀ। ਜਿਵੇਂ ਮੈਂ ਹੁਣ ਕਹਿ ਰਿਹਾ ਕਿ ਨੋਟ ਥਰਡ ਪਲੇਸ ਤੇ ਆਊਗਾ ਕਦੋਂ ਜਦੋਂ ਸਬਜੈਕਟ ਕੀ ਹੈ ਇੱਕ ਵਰਡ ਦਾ, ਜਿਵੇਂ ਆਈ, ਯੂ, ਵੀ, ਦੇ, ਹਨਾ ਕੁਝ ਵੀ ਹੋ ਗਿਆ ਤਾਂ ਉਦੋਂ ਥਰਡ ਪਲੇਸ ਤੇ ਆ ਰਿਹਾ। ਲੇਕਿਨ ਜਦੋਂ ਉਹੀ ਸਬਜੈਕਟ ਦੋ ਵਰਡਸ ਦਾ ਹੋ ਜਾਏ, ਜਿਵੇਂ ਮਾਈ ਫਾਦਰ, ਹਨਾ ਮਾਈ ਡਾਟਰ, ਮਾਈ ਸਿਸਟਰ, ਮਾਈ ਬ੍ਰਦਰ, ਤਾਂ ਉਹ ਦੋ ਹੋ ਗਈ, ਤਾਂ ਜਿਹੜਾ ਨੋਟ ਹੈਗਾ ਉਹ ਫੋਰਥ ਪਲੇਸ ਤੇ ਚਲਾ ਜਾਏਗਾ, ਠੀਕ ਹੈ। ਤਾਂ ਇਹ ਚੀਜ਼ਾਂ ਹੈਗੀਆਂ ਧਿਆਨ ਦੇਣ ਵਾਲੀਆਂ ਮੇਜਰਲੀ। ਜਿਵੇਂ ਹੁਣ ਆਪਾਂ ਗੱਲ ਕਰੀਏ ਮਾਈ ਸਿਸਟਰ ਇਨ ਲੋ, ਠੀਕ ਹੈ, ਮਾਈ ਸਿਸਟਰ ਇਨ ਲੋ, ਮਤਲਬ ਕਾਫੀ ਆਪਾਂ ਕਹਿ ਸਕਦੇ ਹਾਂ ਕਿ ਵਰਡਸ ਦਾ ਜਿਹੜਾ ਹੈਗਾ ਕਾਫੀ ਵਰਡਸ ਆ ਰਹੇ ਹੈ, ਤਾਂ ਉਵੇਂ ਹੀ ਮੈਂ ਵਾਰ-ਵਾਰ ਕਹਿ ਰਿਹਾ ਕਿ ਜਿਹੜਾ ਨੋਟ ਹੈਗਾ ਉਹਦੀ ਜਿਹੜੀ ਪਲੇਸਮੈਂਟ ਹੈ ਉਹ ਅੱਗੇ ਦੀ ਅੱਗੇ ਵੱਧਦੀ ਜਾਊਗੀ, ਠੀਕ ਹੈ। ਮੇਨ ਜਿਹੜਾ ਹੈਗਾ ਨੋਟ ਥਰਡ ਪਲੇਸ ਤੇ ਆਏਗਾ। ਸੋ ਇੱਥੇ ਆਪਾਂ ਨੈਗੇਟਿਵ ਦੀ ਗੱਲ ਕਰ ਰਹੇ ਹਾਂ, ਇੱਕ ਥਾਂ ਤੇ ਸਬਜੈਕਟ ਆ ਗਿਆ, ਇੱਕ ਥਾਂ ਤੇ ਡੂ ਜਾਂ ਡਸ, ਮਤਲਬ ਇੱਕ ਹੋਰ ਆ ਗਿਆ ਦੋ, ਪਲਸ ਹੁਣ ਇੱਥੇ ਆਏਗਾ ਨੋਟ ਥਰਡ ਪਲੇਸ ਤੇ, ਠੀਕ ਹੈ ਜੀ। ਪਲਸ ਵਰਬ ਦੀ ਫਰਸਟ ਫਾਰਮ ਪਲਸ ਆਬਜੈਕਟ। ਹੁਣ ਇੱਥੇ ਕੀ ਹੈ, ਵਰਬ ਦੀ ਫਰਸਟ ਫਾਰਮ ਦੇ ਨਾਲ ਐਸ ਜਾਂ ਈਐਸ ਕਿਉਂ ਨਹੀਂ ਲਗਾਇਆ, ਸੋਚਣ ਵਾਲੀ ਗੱਲ ਹੈ। ਪਹਿਲਾਂ ਆਪਾਂ ਦੇਖਦੇ ਹਾਂ ਡੂ ਆਏਗਾ ਜਾਂ ਡਸ ਆਏਗਾ। ਜਿੱਥੇ ਸਬਜੈਕਟ ਸਿੰਗੂਲਰ ਹੋਏਗਾ, ਮਤਲਬ ਸਿੰਗੂਲਰ ਆ ਵਾਲਾ ਸੀ, ਸਿੰਗੂਲਰ ਹੋਏਗਾ, ਇਹਨਾਂ ਦੇ ਨਾਲ ਆਪਾਂ ਵਰਬ ਦੀ ਫਰਸਟ ਫਾਰਮ ਦੇ ਨਾਲ ਐਸ ਜਾਂ ਈਐਸ ਲਗਾਉਂਦੇ ਸੀ, ਠੀਕ ਹੈ ਜੀ, ਲਗਾਉਂਦੇ ਸੀ। ਹੁਣ ਆ ਡੂ ਵੀ ਇੱਕ ਤਰ੍ਹਾਂ ਦੀ ਵਰਬ ਹੁੰਦੀ ਹੈ, ਡੂ ਡਿਡ ਡਨ, ਹੈਨਾ, ਤਾਂ ਉੱਥੇ ਕੀ ਹੈ ਆਪਾਂ ਈਐਸ ਲਗਾਤਾ, ਠੀਕ ਹੈ ਜੀ। ਪਲਸ ਨੋਟ ਆਪ ਲਗਾਉਣਾ ਸੀ, ਲਗਾਤਾ ਪਲਸ। ਉਸ ਤੋਂ ਬਾਅਦ ਬੋਰਡ ਵਿੱਚ ਆ ਰਿਹਾ ਜਾਂ ਨਹੀਂ, ਠੀਕ ਹੈ, ਓਕੇ ਨਹੀਂ ਆ ਰਿਹਾ, ਠੀਕ ਹੈ ਜੀ। ਸਬਜੈਕਟ ਪਲਸ ਡਸ, ਹਨਾ, ਸਬਜੈਕਟ ਸਿੰਗੂਲਰ ਹੈ, ਆਪਾਂ ਡਸ ਲਗਾਤਾ ਪਲਸ ਨੋਟ। ਹੁਣ ਇੱਥੇ ਆਪਾਂ ਵਰਬ ਦੀ ਫਰਸਟ ਫਾਰਮ ਦੇ ਨਾਲ ਐਸ ਜਾਂ ਈਐਸ ਲਗਾਤਾ, ਠੀਕ ਹੈ, ਡਸ ਲਗਾਤਾ। ਸਬਜੈਕਟ ਅਗਰ ਸਿੰਗੂਲਰ ਹੈ ਤਾਂ ਆਪਾਂ ਇਹ ਚੀਜ਼ ਆਲਰੇਡੀ ਡਨ ਕਰਤੀ ਹੈ, ਹਨਾ। ਸਬਜੈਕਟ ਦੀ ਫਰਸਟ ਫਾਰਮ ਵਰਬ ਦੀ ਫਰਸਟ ਫਾਰਮ ਦੇ ਨਾਲ ਐਸ ਜਾਂ ਈਐਸ ਕੀ ਹੈ ਆਪਾਂ ਲਗਾਤੀ ਹੈ। ਹੁਣ ਨੋਟ ਲਗਾਤਾ, ਹੁਣ ਵਾਰ-ਵਾਰ ਥੋੜੀ ਆਪਾਂ ਐਸ ਜਾਂ ਈਐਸ ਲਗਾਈ ਜਾਵਾਂਗੇ। ਸੋ ਦੈਟਸ ਵਾਈ ਕੀ ਹੈ ਆਪਾਂ ਇੱਥੇ ਵਰਬ ਦੀ ਫਰਸਟ ਫਾਰਮ ਲਗਾਵਾਂਗੇ ਪਲਸ ਕੀ ਹੈ ਆਬਜੈਕਟ ਲਗਾਵਾਂਗੇ, ਠੀਕ ਹੈ। ਮਤਲਬ ਜੇ ਨੈਗੇਟਿਵ ਰੂਲ ਹੋਵੇ ਸਬਜੈਕਟ ਪਲਸ ਡੂ ਡਸ ਪਲਸ ਨੋਟ ਪਲਸ ਵਰਬ ਦੀ ਫਰਸਟ ਫਾਰਮ ਪਲਸ ਆਬਜੈਕਟ, ਤਾਂ ਇਹ ਵਾਲਾ ਰੂਲ ਹੈਗਾ। ਲੇਕਿਨ ਹੁਣ ਇੱਥੇ ਡੂ ਕਿੱਥੇ ਆਏਗਾ ਤੇ ਡਸ ਕਿੱਥੇ ਆਏਗਾ ਜੀ, ਇਹ ਚੀਜ਼ ਦੇਖ ਲਓ ਕਿ ਅਗਰ ਸਬਜੈਕਟ ਸਿੰਗੂਲਰ ਹੈ ਤਾਂ ਆਪਾਂ ਵਰਬ ਦੀ ਫਰਸਟ ਫਾਰਮ ਦੇ ਨਾਲ ਐਸ ਜਾਂ ਈਐਸ ਲਗਾਉਂਦੇ ਆ ਜੀ, ਹੈ ਨਾ, ਸਾਹਮਣੇ ਪਿਆ ਐਸ ਜਾਂ ਈਐਸ ਲਗਾਉਂਦੇ ਆ। ਦੇਖੋ ਹੁਣ ਸਬਜੈਕਟ ਸਿੰਗੂਲਰ ਹੈ ਤਾਂ ਆਪਾਂ ਡੂ ਲਗਾਇਆ, ਡੂ ਵੀ ਇੱਕ ਤਰ੍ਹਾਂ ਦੀ ਵਰਬ ਹੈ, ਡੂ ਡਿਡ ਡਨ, ਤਾਂ ਆਪਾਂ ਡੂ ਦੇ ਨਾਲ ਐਸ ਜਾਂ ਈਐਸ। ਹੁਣ ਡੋਸ ਤਾਂ ਆ ਨਹੀਂ ਸਕਦਾ, ਡਸ ਆਏਗਾ ਈਐਸ ਲੱਗ ਕੇ, ਤਾਂ ਉਹ ਆਪਾਂ ਲਿਖਤਾ ਪਲਸ ਨੋਟ ਲਿਖਤਾ। ਹੁਣ ਵਾਰ-ਵਾਰ ਆਪਾਂ ਐਸ ਜਾਂ ਈਐਸ ਆਪਾਂ ਉਹ ਚੀਜ਼ ਰਿਪੀਟ ਨਹੀਂ ਕਰਨੀ, ਤਾਂ ਉਦੋਂ ਆਪਾਂ ਕੀ ਲਗਾਤਾ ਵਰਬ ਦੀ ਫਰਸਟ ਫਾਰਮ ਤੇ ਆਬਜੈਕਟ। ਸੋ ਇਹ ਆਪਣਾ ਕਹਿ ਸਕਦੇ ਹਾਂ ਕਿ ਇੱਕ ਪ੍ਰੈਜ਼ੈਂਟ ਇੰਡੈਫੀਨਿਟ ਦਾ ਨੈਗੇਟਿਵ ਦਾ ਰੂਲ ਹੈਗਾ। ਤੇ ਜੇ ਸਬਜੈਕਟ ਪਲੂਰਲ ਹੋਵੇ ਤਾਂ ਕੁਝ ਨਹੀਂ ਕਰਨਾ, ਸਬਜੈਕਟ ਮਤਲਬ ਆ ਪਲੂਰਲ ਲਿਖਿਆ ਜਿਹੜਾ ਇਹ ਸਬਜੈਕਟ ਹੋ ਗਿਆ, ਸਬਜੈਕਟ ਪਲਸ ਡੂ, ਕਿਉਂਕਿ ਆਪਾਂ ਐਸ ਜਾਂ ਈਐਸ ਤਾਂ ਲਗਾਣਾ ਹੀ ਨਹੀਂ ਹੈ, ਡੂ ਪਲਸ ਨੋਟ ਪਲਸ ਵਰਬ ਦੀ ਫਰਸਟ ਫਾਰਮ ਪਲਸ ਆਬਜੈਕਟ। ਹੁਣ ਆਪਾਂ ਜਦੋਂ ਇੱਥੇ ਹੀ ਨਹੀਂ ਲਗਾਣਾ ਤਾਂ ਇੱਥੇ ਲਗਾਉਣ ਦਾ ਮਤਲਬ ਹੀ ਨਹੀਂ ਨਾ ਕੋਈ, ਤਾਂ ਸਿੰਪਲ ਕੀ ਹੈ ਸਬਜੈਕਟ ਪਲਸ ਡੂ ਪਲਸ ਨੋਟ ਪਲਸ ਵਰਬ ਦੀ ਫਰਸਟ ਫਾਰਮ ਪਲਸ ਆਬਜੈਕਟ, ਠੀਕ ਹੈ। ਸੈਂਟੈਂਸ ਕਿਸ ਤਰ੍ਹਾਂ ਦਾ ਬਣੇਗਾ, ਜਿਵੇਂ ਅਗਰ ਮੈਂ ਗੱਲ ਕਰਾਂ ਉਹ ਮੰਦਿਰ ਨਹੀਂ ਜਾਂਦੀ ਹੈ, she does not go to market, she does not, ਫਿਰ goes ਨਹੀਂ ਆਏਗਾ, ਫਿਰ go ਬਣ ਜਾਏਗਾ, she does not go to temple ਜਾਂ market, ਠੀਕ ਹੈ। ਮੈਂ ਜਾਂ ਅਸੀਂ ਦੀ ਗੱਲ ਕਰਦੇ ਹਾਂ, ਅਸੀਂ ਨਹੀਂ ਖੇਡਦੇ ਹਾਂ, ਹੈ ਨਾ, we do not play,
बस सिंपल सा सेंटेंस। तो ये अपना प्रेजेंट इंडेफिनेट का है जी। ध्यान दे नाल जिहड़ा रूल है ये तुसी देख लो, ठीक है। ओके मैं रब कर देना, होप सो कि स्क्रीनशॉट तुसी ले लिया होगा। पास्ट इंडेफिनेट ਇਹਦੀ ਪਹਿਚਾਣ ਕੀ ਹੋਏਗੀ ਜੀ, ਉਹਦੇ ਵਿੱਚ ਸੀਗਾ ਦਾ ਹੈ ਦੀ ਹੈ, ਇਹਦੇ ਵਿੱਚ ਆਏਗਾ ਤਾ ਥਾ ती थी ते थे। मतलब हम के खेलते थे, वह मंदिर जाती थी, मैं बाजार जाता था। तो पीछे लास्ट से ता था ती थी ते थे आएगा, ठीक है। तो रूल बिल्कुल सिंपल है जी, सब्जेक्ट प्लस वर्ब दी सेकंड फॉर्म प्लस ऑब्जेक्ट बस। ते ਇਹਦੀ ਆਈਡੈਂਟੀਫਿਕੇਸ਼ਨ ਅੱਜਕੱਲ ਥੋੜੀ ਹੋਰ ਚੇਂਜ ਵੀ ਆ ਗਈ ਹੈ, ਲਿਆ ਗਿਆ ਆਇਆ ਖਾਇਆ ਪੀਆ, ਤਾਂ ਮਤਲਬ ਆ ਚੀਜ਼ਾਂ ਲਾਸਟ ਤੇ ਆਉਂਦੀਆਂ। ਤੇ ਇੱਕ ਚੀਜ਼ ਹੋਰ ਧਿਆਨ ਦੇ ਵਿੱਚ ਧਿਆਨ ਰੱਖਣਾ, ਜੇ ਇਸ ਤਰ੍ਹਾਂ ਦਾ ਸੈਂਟੈਂਸ ਤੁਹਾਨੂੰ ਬਣ ਰਿਹਾ ਹੈ ਤਾਂ ਪਿੱਛੇ ਹੈ ਜਾਂ ਸੀ ਨਹੀਂ ਆਏਗਾ, ਸਿਰਫ ਆਇਆ ਗਿਆ ਖਾਇਆ ਪੀਆ ਸੋਇਆ ਗਿਆ, मतलब इस तरह के सिर्फ सेंटेंस बनेंगे। मैंने खाना खाया है ना, उसने खाना खा लिया, उसने वह मंदिर चला गया, तो मतलब इस तरह की जी आइडेंटिफिकेशन शो होणगियां। तो सब्जेक्ट सिंगुलर प्लूरल ये मैटर नहीं करता। ओ मंदिर चली गई बस। शी वेंट टू टेंपल, ओ मंदिर जांदी सी, दासी दी सी दे सी है ना, तो शी वेंट टू टेंपल। असी इत्थे खेडदे सी, we play here, sorry we played here, we played here देसी है, सो इत्थे की है वर्ब दी सेकंड फॉर्म होगी। हुण एक चीज ਤੁਹਾਨੂੰ मैं वर्ब्स ਦੇ ਵਿੱਚ ਕਿਹਾ ਸੀਗਾ कि सिर्फ एक वर्ब ਦੀ ਸੈਕੰਡ ਫਾਰਮ ਦੀ ਜਿਹੜੀ ਪੋਜੀਸ਼ਨ ਹੀ ਇਹੋ ਜੀ ਹੈ ਜਿਹੜੀ ਸਿਰਫ ਤੇ ਸਿਰਫ ਕੀ ਹੈ ਪਾਸਟ ਇੰਡੈਫੀਨਿਟ ਦੇ ਵਿੱਚ ਯੂਜ਼ ਕੀਤੀ ਜਾਂਦੀ ਹੈ, ਹੋਰ ਕਿਤੇ ਵੀ ਨਹੀਂ ਯੂਜ਼ ਕੀਤੀ ਜਾਂਦੀ। ਹੋਰ ਅੱਗੇ ਆਪਾਂ ਦੇਖਾਂਗੇ ਕਿ ਥਰਡ ਫਾਰਮ ਕਿਵੇਂ ਆਇਡੈਂਟੀਫਾਈ ਕਰਨੀ ਹੈ, ਉਹ ਆਪਾਂ ਚੀਜ਼ਾਂ ਧਿਆਨ ਵਿੱਚ ਰੱਖਣੀ ਹੈ ਕਿ ਇੱਥੇ ਇਹ ਵਾਲੀ ਪਲੇਡ, ਕਿਉਂਕਿ ਪਲੇਡ ਤੇ ਪਲੇਡ ਤੇ ਇਹ ਜਿਹੜੀਆਂ ਹੈਗੀਆਂ ਇਹ ਧਿਆਨ ਦੇਣ ਵਾਲੀ ਚੀਜ਼ ਇਹ ਹੈਗੀ ਹੈ ਕਿ ਇਹ ਫਰਸਟ ਫਾਰਮ ਹੈ, ਇਹ ਸੈਕੰਡ ਫਾਰਮ ਹੈ, ਇਹ ਵੀ ਕੀ ਹੈ थर्ड फॉर्म है। तो प्लेड सेकंड ते थर्ड फॉर्म सेम है, ते इन्हां चीज़ां दी पहचान किवें करनी है वो आपां अगे देखांगे, ठीक है। आपां हुण तक की है प्रेजेंट इंडेफिनिट ते पास्ट इंडेफिनिट जिहड़ा कर चुके हैं, ठीक है जी। हुण चलदे आपां फ्यूचर इंडेफिनिट। ਉਹਦੇ ਵਿੱਚ ਕੀ ਹੈ ਗਾਗੇਗੀ, ਗਾਗੇਗੀ ਜਿਹੜੀ ਆਇਡੈਂਟੀਫਿਕੇਸ਼ਨਸ ਹੈਗੀਆਂ ਗਾਗੇਗੀ, मतलब मैं जाऊंगा, वह खाऊंगा, मैं पीऊंगा, मैं सोऊंगा, मैं दौड़ूंगा, है ना। तो अगले मतलब फीमेल की गल करिए, वह जाएगी, वह आएगी, वह सोएगी, वह गाएगी, वह खाएगी, वह पिएगी, तो वो चीज़ां कुछ भी बन सकती हैं, ठीक है जी। ओके अगर गल करिए रूल दी, तो रूल है जी ओके लास्ट आप रूल एक नहीं लिखा है ना, पास्ट इंडेफिनिट का नेगेटिव रूल लिख लो। पास्ट इंडेफिनिट का नेगेटिव रूल, सब्जेक्ट प्लस डिड प्लस नॉट प्लस वर्ब दी फर्स्ट फॉर्म प्लस ऑब्जेक्ट। ये वाला रूल अपने लिए ज्यादा मैटर करता है, क्यों? क्योंकि बच्चा ਇਹਦੇ ਵਿੱਚ ਕਨਫਿਊਜ਼ ਹੁੰਦਾ ਹੈ। ਆਪਾਂ ਹੁਣੇ ਦੇਖਿਆ ਸੀਗਾ ਕਿ ਪ੍ਰੈਜ਼ੈਂਟ ਇੰਡੈਫੀਨਿਟ ਵਿੱਚ वर्ब ਦੀ ਫਰਸਟ ਫਾਰਮ ਯੂਜ਼ ਕਰਦੇ ਸੀ ਨਾ ਆਪਾਂ, ਤਾਂ ਉੱਥੇ ਆਪਾਂ ਡੂ ਡਸ ਲਗਾਉਂਦੇ ਸੀਗੇ, ਲੇਕਿਨ ਇੱਥੇ ਆਪਾਂ ਸੈਕੰਡ ਫਾਰਮ ਕਰਨ ਦੀ ਬਜਾਏ ਕਰਨ ਕਰਕੇ ਆਪਾਂ ਕੀ ਹੈ ਡੂ ਦੀ ਸੈਕੰਡ ਫਾਰਮ ਲਗਾਈ ਹੈ ਡਿਡ, ਠੀਕ ਹੈ ਜੀ। ਹੁਣ ਇੱਥੇ ਆਪਾਂ ਉਹ ਵਾਲਾ ਫਾਰਮੂਲਾ ਲਗਾ ਚੁੱਕੇ ਹਾਂ ਜਿੱਥੇ ਪਾਸਟ ਇੰਡੈਫੀਨਿਟ ਵਿੱਚ ਸੈਕੰਡ ਫਾਰਮ ਯੂਜ਼ ਕਰਦੇ ਹਾਂ, ਉਹ ਆਪਾਂ ਇੱਥੇ ਲਿਖ ਚੁੱਕੇ ਹਾਂ ਆਲਰੇਡੀ। ਤਾਂ ਵਾਰ-ਵਾਰ ਆਪਾਂ ਸੈਕੰਡ ਫਾਰਮ ਨਹੀਂ ਲਗਾਣੀ, ਤਾਂ ਇੱਥੇ ਆਪਾਂ ਸੈਕੰਡ ਫਾਰਮ ਆਲਰੇਡੀ ਯੂਜ਼ ਕਰ ਚੁੱਕੇ ਹਾਂ। ਤਾਂ ਅਗੇਨ ਜਿਹੜੀ ਮੇਨ ਵਰਬ ਆਊਗੀ ਉਹ ਕੀ ਹੈ ਫਰਸਟ ਫਾਰਮ ਆਊਗੀ, ਠੀਕ ਹੈ ਜੀ। ਧਿਆਨ ਵਿੱਚ ਰੱਖਿਓ ਵਾਲਾ ਰੂਲ, मतलब एक सेंटेंस भी लिख देना, वो खाना नहीं खांदा सी, he did not eat या take meal, ठीक है। तो अब अपना की है सेंटेंस हो गया। ओके कम ऑन बैक टू द फ्यूचर इंडेफिनिट। रूल की कह रहे जी सब्जेक्ट प्लस विल या shall प्लस वर्ब दी फर्स्ट फॉर्म प्लस ऑब्जेक्ट। सब्जेक्ट कोई भी होवे
ਤਾਂ ਕੀ ਹੈ ਉਸ ਅਕੋਰਡਿੰਗ ਆਏਗਾ। ਹੁਣ ਇੱਥੇ ਆਪਾਂ ਇਹ ਚੀਜ਼ ਦੇਖਣੀ ਹੈ ਕਿ ਜੀ ਵਿਲ ਕਿੱਥੇ ਆਏਗਾ ਤੇ ਸ਼ੈਲ ਕਿੱਥੇ ਆਏਗਾ। ਦੋ ਚੀਜ਼ਾਂ ਹੈਗੀਆਂ, ਵਿਲ ਆਏਗਾ ਹਰ ਕਿਸੇ ਨਾਲ, ਮਤਲਬ ਵਿਦ ਐਵਰੀ ਸਬਜੈਕਟ ਹੈ ਨਾ, ਵਿਦ ਐਵਰੀ ਸਬਜੈਕਟ, ਵਿਦ ਜਾਂ ਕਹਿ ਸਕਦੇ ਹਾਂ ਵਿਦ ਆਲ ਸਬਜੈਕਟਸ, ਵਿਦ ਆਲ ਸਬਜੈਕਟ, ਠੀਕ ਹੈ, ਹਰ ਇੱਕ ਸਬਜੈਕਟ ਨਾਲ ਆ ਜਾਏਗਾ। ਲੇਕਿਨ ਸ਼ੈਲ ਆਏਗਾ ਆਈ ਦੇ ਨਾਲ, ਵੀ ਦੇ ਨਾਲ ਤੇ ਯੂ ਦੇ ਨਾਲ, ਠੀਕ ਹੈ, ਤਿੰਨ ਚੀਜ਼ਾਂ ਨਾਲ, ਦੇ ਨਾਲ ਵੀ ਅੱਜਕੱਲ ਕਰ ਰਹੀ ਹੈ। ਲੇਕਿਨ ਸ਼ੈਲ ਆਂਦਾ ਕਿੱਥੇ ਹੈ, ਜਿੱਥੇ ਕੋਈ ਵੀ ਗੱਲ ਓਫੀਸ਼ੀਅਲੀ ਹੋਵੇ, ਚਾਹੇ ਉਹ ਹੋ ਸਕਦਾ ਪਰਮਿਸ਼ਨ ਦੀ ਹੋਵੇ, ਆਪਾਂ ਕਹਿ ਸਕਦੇ ਹਾਂ ਕਿ ਪਰਮਿਸ਼ਨ ਲੈਣਾ ਜਾਂ ਕਾਈਂਡ ਆਫ ਸਮਥਿੰਗ, ਤਾਂ ਉਹ ਚੀਜ਼ ਹੋ ਗਿਆ। ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਗਵਰਨਮੈਂਟ ਦੇ ਨਾਲ ਰਿਲੇਟਡ ਹੋਵੇ ਉਹ ਚੀਜ਼, ਗਵਰਨਮੈਂਟ ਸਰਕਾਰ ਦੇ ਨਾਲ, ਮਤਲਬ ਜਿਵੇਂ ਹੁਣ ਆਪਣੇ ਪੰਜਾਬ ਦੇ ਵਿੱਚ ਕੀ ਹੈ ਰੂਲਸ ਆਏ ਸੀਗੇ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਐਗਰੀਕਲਚਰ ਦੇ ਨਾਲ ਰਿਲੇਟਡ ਜਿਹੜੇ ਰੂਲਸ ਆਏ ਸੀਗੇ ਹੈ ਨਾ, ਤਾਂ ਉਹ ਕੀ ਚੀਜ਼ ਸੀਗੀ, ਓਫੀਸ਼ੀਅਲੀ ਸੀ, ਗਵਰਨਮੈਂਟ ਦੇ ਰਿਗਾਰਡਿੰਗ ਸੀ, ਆਪਾਂ ਨੂੰ ਨਹੀਂ ਪਤਾ ਸੀਗਾ ਕਿ ਉਹ ਚੀਜ਼ ਹੋਏਗੀ ਜਾਂ ਨਹੀਂ ਹੋਏਗੀ, ਠੀਕ ਹੈ। ਤਾਂ ਉੱਥੇ ਕੀ ਹੈ, ਜਿੱਥੇ ਆਪ ਨੂੰ ਸ਼ੋਰਟੀ ਨਾ ਹੋਵੇ, ਸ਼ੋਰਟੀ ਨਾ ਹੋਵੇ, ਉੱਥੇ ਕੀ ਹੈ ਸ਼ੈਲ ਵਰਤਿਆ ਜਾਊਗਾ, ਠੀਕ ਹੈ। ਓਫੀਸ਼ੀਅਲੀ ਕਹਿ ਸਕਦੇ ਹਾਂ, ਗਵਰਨਮੈਂਟ ਦੇ ਰਿਗਾਰਡਿੰਗ ਕਹਿ ਸਕਦੇ ਹਾਂ, ਜਾਂ ਕੋਈ ਵੀ ਕਲਾਸਰੂਮ ਜਾਂ ਆਪਣਾ ਕਲਾਸਰੂਮ ਹੋ ਸਕਦਾ ਹੈ, ਕੋਈ ਮੀਟਿੰਗ ਦੇ ਰਿਗਾਰਡਿੰਗ ਕਹਿ ਸਕਦੇ ਹਾਂ, ਕੁਝ ਵੀ, ਮਤਲਬ ਜਿੱਥੇ ਕੰਮ ਓਫੀਸ਼ੀਅਲੀ ਆ ਜਾਵੇ, ਸ਼ੋਰਟੀ ਨਾ ਹੋਵੇ, ਉੱਥੇ ਇਹਨਾਂ ਸਬਜੈਕਟਸ ਦੇ ਨਾਲ ਕੀ ਹੈ ਸ਼ੈਲ ਯੂਜ਼ ਹੁੰਦਾ ਹੈ, ਤੇ ਵਿਲ ਯੂਜ਼ ਹੁੰਦਾ ਹੈ ਹਰ ਇੱਕ ਸਬਜੈਕਟ ਨਾਲ, ਤੇ ਜਿੱਥੇ ਕੀ ਹੈ ਸ਼ੋਰਟੀ ਹੋਵੇ। ਹੁਣ ਬੱਚੇ ਕੀ ਕਰਦੇ ਸਰ, ਤੁਸੀਂ ਤਾਂ ਆ ਦੱਸਿਆ ਸੀਗਾ, ਰਾਜੇ ਧਿਆਨ ਨਾਲ ਦੇਖੋ, ਆਈ ਵੀ ਯੂ ਦੇ ਜਿਹੜੀਆਂ ਚੀਜ਼ਾਂ ਹੈਗੀਆਂ ਇਹਨਾਂ ਦੇ ਵਿੱਚ ਜਿੱਥੇ ਸ਼ੋਰਟੀ ਨਾ ਹੋਵੇ ਸਿਰਫ ਉੱਥੇ ਲਗਾਉਣਾ ਆਪਾਂ। ਇਹੀ ਜਿਹੜੇ ਆਪਣਾ ਸਬਜੈਕਟਸ ਕਹਿ ਸਕਦੇ ਹਾਂ, ਇਹੀ ਸਬਜੈਕਟਸ ਅਗਰ ਇੱਥੇ ਹੋਣਗੇ ਜਿੱਥੇ ਸ਼ੋਰਟੀ ਹੋਊਗੀ, ਉੱਥੇ ਆਪਾਂ ਵਿਲ ਯੂਜ਼ ਕਰਾਂਗੇ, ਤੇ ਇਹਨਾਂ ਤੋਂ ਇਲਾਵਾ ਕੋਈ ਵੀ ਹੋਰ ਸਬਜੈਕਟ ਹੋਏਗਾ ਤਾਂ ਵੀ ਆਪਾਂ ਚਾਹੇ ਸ਼ੋਰਟੀ ਹੈ ਚਾਹੇ ਸ਼ੋਰਟੀ ਨਹੀਂ ਹੈਗੀ, ਤਾਂ ਫਿਰ ਵੀ ਆਪਾਂ ਕੀ ਹੈ ਵਿਲ ਹੀ ਲਗਾਵਾਂਗੇ। ਅਗਰ ਸ਼ੋਰਟੀ ਨਹੀਂ ਹੈਗੀ ਤਾਂ ਸਬਜੈਕਟ ਸਿਰਫ ਇਹਨਾਂ ਚਾਰਾਂ ਵਿੱਚੋਂ ਕੋਈ ਇੱਕ ਹੈ, ਤਾਂ ਉੱਥੇ ਆਪਾਂ ਕੀ ਹੈ ਸ਼ੈਲ ਵਰਤਾਂਗੇ, ਠੀਕ ਹੈ। ਮੈਂ ਨਹਾਣੇ, ਓਕੇ, ਮੈਂ बाजार जाऊंगा, I will go to market। ਤਾਂ ਆਪਣਾ ਸਿੰਪਲ ਕੀ ਹੈ ਸੈਂਟੈਂਸ ਬਣ ਗਿਆ। ਹੁਣ ਇਸ ਵਿੱਚ ਅਗਰ ਨੈਗੇਟਿਵ ਵਾਲਾ ਕੇਸ ਬਣੇਗਾ, ਨੈਗੇਟਿਵ ਵਾਲਾ, ਤਾਂ ਕੀ ਹੈ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਨੋਟ ਜਿਹੜਾ ਹੋਏਗਾ ਥਰਡ ਪਲੇਸ ਤੇ ਆਏਗਾ, ਉਹ ਭੁੱਲਿਓ ਨਾ, ਠੀਕ ਹੈ। ਸਬਜੈਕਟ ਪਲਸ ਵਿਲ ਜਾਂ ਸ਼ੈਲ, ਮਤਲਬ ਦੋ ਹੋ ਗਏ, ਤਾਂ ਥਰਡ ਇੱਥੇ ਆਏਗਾ, ਠੀਕ ਹੈ। ਹੁਣ ਇੱਥੇ ਹੁੰਦਾ ਕਿ ਮੈਂ ਬਾਜ਼ਾਰ ਨਹੀਂ ਜਾਊਂਗਾ, ਤਾਂ ਆਈ ਵਿਲ ਨੋਟ ਗੋ ਟੂ ਮਾਰਕੀਟ, ਠੀਕ ਹੈ ਜੀ। ਤਾਂ ਇਹ ਆਪਣਾ ਨੋਟ ਹੋ ਗਿਆ। ਤਾਂ ਜਿਹੜੇ ਮੇਨ ਆਪਣੇ ਬਣਦੇ ਹੈਗੇ ਜੀ ਇਨਡੈਫੀਨਿਟ ਵਾਲੇ, ਉਹ ਆਪਾਂ ਤਿੰਨੋਂ ਕਰ ਚੁੱਕੇ ਹਾਂ। ਇਹ ਸਾਰੇ ਆਪਾਂ ਕੀ ਹੈ ਮੇਨ ਸਿੰਪਲ ਜਾਂ ਕਹਿ ਸਕਦੇ ਹਾਂ ਐਕਟਿਵ ਜਿਹੜੇ ਸੈਂਟੈਂਸ ਹੈਗੇ, ਐਕਟਿਵ ਵੌਇਸਿਸ ਹੈਗੀ ਹੈ, ਜਿਹੜੇ ਨਾਰਮਲ ਗੱਲਾਂ ਕਹੀ ਜਾਂਦੀਆਂ ਉਹ ਆਪਾਂ ਕਰ ਰਹੇ ਹਾਂ, ਠੀਕ ਹੈ। ਨੈਕਸਟ ਵੀਡੀਓ ਦੇ ਵਿੱਚ ਆਪਾਂ ਦੇਖਾਂਗੇ ਪੈਸਿਵ ਹੁੰਦਾ ਕੀ ਹੈ, ਓਕੇ। ਐਂਡ ਇੱਕ ਪਲੀਜ਼ ਅਗੇਨ ਰਿਕੁਐਸਟ ਹੈਗੀ ਹੈ ਕਿ ਜਿੰਨੀ ਵੀ ਜ਼ਿਆਦਾ ਵੱਧ ਤੋਂ ਵੱਧ ਹੋ ਸਕਦੀ ਹੈ ਆਪਣੀ ਵੀਡੀਓ ਪਲੀਜ਼ ਸ਼ੇਅਰ ਕਰ ਦਿਓ, ਸੋ ਦੈਟ ਕਿ ਆਪਾਂ ਥੋੜਾ ਜਿਹਾ ਹੋਰ ਆਪਾਂ ਇਸ ਚੀਜ਼ ਦੇ ਉੱਤੇ ਕੰਮ ਕਰ ਸਕੀਏ, ਥੋੜਾ ਜਿਹਾ ਹੋਰ, ਹਨਾ, ਓਕੇ। ਨਾਓ ਕਮ ਬੈਕ ਟੂ ਦ ਕੰਟੀਨਿਊਸ ਸੈਂਟੈਂਸਿਸ। ਕੰਟੀਨਿਊਸ ਵਾਲੇ, ਕੰਟੀਨਿਊਸ ਦਾ ਮਤਲਬ ਹੁੰਦਾ ਜਿਹੜੀ ਨਿਰੰਤਰਤਾ, ਮਤਲਬ ਨਿਰੰਤਰਤਾ, ਕਹਿ ਸਕਦੇ ਹਾਂ ਕਿ ਕੰਟੀਨਿਊਸਲੀ ਕੋਈ ਚੀਜ਼ ਚੱਲਦੀ ਜਾਣੀ, ਹੈ ਨਾ। ਤਾਂ ਪ੍ਰੈਜ਼ੈਂਟ ਦਾ ਹੈਗਾ, ਪ੍ਰੈਜ਼ੈਂਟ ਕੰਟੀਨਿਊਸ ਆਪਾਂ ਦੇਖਦੇ ਹਾਂ ਵਿੱਚ ਹੁੰਦਾ ਕਿ ਆਈਡੈਂਟੀਫਿਕੇਸ਼ਨ ਰਹਾ ਹੈ, ਰਹੀ ਹੈ, ਰਹੇ ਹੈ, ਠੀਕ ਹੈ। ਸਬਜੈਕਟ ਪਲਸ is, am, are plus verb ਦੀ ਫਰਸਟ ਫਾਰਮ plus ing plus object। ਹੁਣ ਜਿੱਥੇ ਕਿਤੇ ਸਬਜੈਕਟ I ਹੈਗਾ ਉੱਥੇ am ਆਏਗਾ, ਜਿੱਥੇ ਕਿਤੇ ਸਿੰਗੂਲਰ ਹੈਗਾ ਉੱਥੇ is ਆਏਗਾ, ਜਿੱਥੇ ਕਿਤੇ ਪਲੂਰਲ ਹੈਗਾ ਉੱਥੇ ਕੀ ਹੈ are ਆਏਗਾ, ਠੀਕ ਹੈ ਜੀ। ਤਾਂ ਪਲੂਰਲ I ਤੋਂ ਇਲਾਵਾ ਜਿਹੜੇ ਬਚ ਗਏ you, we, they, ਠੀਕ ਹੈ, ਉਹ ਤਿੰਨ ਹੋ ਗਏ, ਉਹਨਾਂ ਦੇ ਨਾਲ are ਆਏਗਾ, ਸਿੰਗੂਲਰ ਤੁਹਾਨੂੰ ਪਤਾ ਹੀ ਹੈ, ਉਹਨਾਂ ਦੇ ਨਾਲ is ਆਏਗਾ, I ਦੇ ਨਾਲ am ਆਏਗਾ, ਠੀਕ ਹੈ ਜੀ। ਉਸ ਤੋਂ ਬਾਅਦ ਕੋਈ ਵੀ ਵਰਬ ਹੋਊਗੀ ਉਹ ਚੀਜ਼ ਸੇਮ ਆਏਗੀ, ਜਿਵੇਂ ਦੱਸਿਆ ਫਸਟ ਫਾਰਮ ਤੇ ing ਤੇ ਆਬਜੈਕਟ, ਠੀਕ ਹੈ ਜੀ। ਹੁਣ ਗੱਲ ਆਉਂਦੀ ਹੈ ਨੈਗੇਟਿਵ ਦੀ, ਤਾਂ ਨੈਗੇਟਿਵ ਵੀ ਕੁਝ ਵੀ ਚੇਂਜ ਨਹੀਂ ਕਰਨਾ, ਆਪਾਂ ਸਿਰਫ ਕੀ ਹੈ ਥਰਡ ਪਲੇਸ ਤੇ ਨੋਟ ਐਡ ਕਰ ਦੇਣਾ ਬਸ, ਠੀਕ ਹੈ ਜੀ। ਮੈਂ ਗੱਲ ਕਰਾਂ ਕਿ ਮੈਂ ਚਾय पी रहा हूँ,
आई एम टेकिंग टी, ठीक है जी। नोट ਹੁੰਦਾ ਤਾਂ आई एम नॉट टेकिंग टी। ਹੁਣ ਇੱਥੇ ਕੀ ਕਰਦੇ ਬੱਚੇ, ਡਰਿੰਕਿੰਗ ਲਗਾ ਦਿੰਦੇ ਆ। ਡਰਿੰਕਿੰਗ, what is the difference in between drinking and taking? ਬੱਚੇ ਧਿਆਨ ਨਾਲ ਦੇਖੋ, ਡਰਿੰਕਿੰਗ ਯੂਜ਼ ਕਰਦੇ ਆ ਆਪਾਂ ਜਿੱਥੇ ਕੀ ਹੈ, ਇੱਕ ਆਪਾਂ ਕਹਿ ਸਕਦੇ ਆ ਕਿ ਪਿਓਰ ਪਦਾਰਥ, ਪਿਓਰ ਲਿਕੁਇਡ ਜਾਂ ਪੇय ਪਦਾਰਥ ਜਿਹਨੂੰ ਆਪਾਂ ਕਹਿੰਦੇ ਆ ਹਨਾ, ਬੈਵਰੇजेस, ਤਾਂ ਉੱਥੇ ਆਪਾਂ ਕੀ ਕਰਦੇ ਆ, ਉੱਥੇ ਡਰਿੰਕ ਯੂਜ਼ ਕਰਦੇ ਆ, ਚਾਹੇ ਵਾਟਰ ਹੋਵੇ ਤੇ ਚਾਹੇ ਕੀ ਹੈ ਉਹ ਆਪਾਂ ਡਰਿੰਕ ਜਿਹਨੂੰ ਆਪਾਂ ਪੈਗੇ ਸ਼ੇਕ ਕਹਿੰਦੇ ਆ, ਤੇ ਉੱਥੇ ਕੀ ਹੈ ਡਰਿੰਕ ਯੂਜ਼ ਕਰਦੇ ਆ। ਐਂਡ ਟੇਕ ਕਿੱਥੇ ਲਗਾਣਾ, ਜਿੱਥੇ ਆਪਾਂ ਜਿਵੇਂ ਸ਼ੇਕ ਪੀਣਾ ਹੈ, ਜੂਸ ਪੀਣਾ ਹੈ, ਜੂਸ ਸਿਰਫ ਇੱਕ ਜੂਸ ਪੀਵਾਂਗੇ ਤਾਂ ਉੱਥੇ ਨਾਰਮਲ ਡਰਿੰਕ ਵੀ ਲਗਾ ਸਕਦੇ ਹਾਂ, ਲੇਕਿਨ ਜਦੋਂ ਮਿਕਸਚਰ ਪੀਵਾਂਗੇ ਜਿਵੇਂ ਪਾਈਨਐਪਲ ਦਾ, ਮਿਕਸ ਫਰੂਟ ਦਾ, ਤਾਂ ਉੱਥੇ ਟੇਕਿੰਗ ਆਏਗਾ, ठीक है जी। तो टेक आएगा, तो डिपेंड करता है टेक वाला फर्स्ट फॉर्म वाला है या आईएनजी वाला या किस तरह की कंडीशन है, उत्थे वो चीज होएगी, ठीक है। टी होएगा, दुध होएगा, मिल्क होएगा, शेक होएगा, तो इन्हां चीज़ां नाल की आपां की है टेक लगाना है, ठीक है जी। इन्हां चीज़ां दा ध्यान रखियो, ओके। हुण बिल्कुल सिंपल हैगे है, आपां ये चीज़ां देखदे जाना है। अगर आंदा प्रेजेंट कंटिन्यूस की जगह पास्ट कंटिन्यूस, तो ਉਹਦੇ ਵਿੱਚ रहा था, रही थी, रहे थे, तो पीछे था थे थी, रहा था, रही थी, रहे थे, ठीक है जी। इज एम आर की जगह वॉज वर आ जाएगा। ਹੁਣ ਇੱਥੇ ਇੱਕ ਚੀਜ਼ ਨਵੀਂ ਸਮਝਣ ਵਾਲੀ ਹੈ, वॉज वर आ जाएगा, ठीक है जी। अगर सब्जेक्ट सिंगुलर है तो वॉज, प्लूरल है तो वर। ਹੁਣ ਇੱਥੇ ਸਮਝਣ ਵਾਲੀ ਮਤਲਬ ਧਿਆਨ ਦੇਣ ਵਾਲੀ ਗੱਲ ਕੀ ਹੈਗੀ ਹੈ ਕਿ ਜਿਹੜਾ ਆਈ ਹੈਗਾ, ਆਈ ਨੂੰ ਆਪਾਂ ਪਲੂਰਲ ਮੰਨਦੇ ਹਾਂ, ਠੀਕ ਹੈ ਜੀ, ਲੇਕਿਨ ਆਈ ਦੇ ਨਾਲ ਆਪਾਂ ਲਗਾਵਾਂਗੇ ਜੀ ਵਾਸ। ਜਦੋਂ ਕੋਈ ਸਿੰਪਲ ਚੀਜ਼ ਹੈ ਕਿ ਮੈਂ ਨਹਾ ਰਿਹਾ ਸੀ, ਆਈ ਵਾਸ ਟੇਕਿੰਗ ਬਾਥ ਜਾਂ ਆਈ ਵਾਸ ਬਾਥਿੰਗ, ਤਾਂ ਉੱਥੇ ਆਪਾਂ ਵਾਸ ਲਗਾ ਸਕਦੇ ਹਾਂ। ਲੇਕਿਨ ਜਦੋਂ ਇੱਛਾ ਕਰਦੇ ਆ ਨਾ ਕਿ ਕਾਸ਼ ਮੈਂ ਡਾਕਟਰ ਹੁੰਦਾ, ਹੈ ਨਾ, ਆਈ ਵਿਸ਼ ਆਈ ਵਰ ਅ ਡਾਕਟਰ, ਆਈ ਵਿਸ਼ आई वर अ डॉक्टर, तो उत्थे आपां आई दे नाल की लगाना, वर लगाना है। तो नॉर्मल सेंटेंसेस विच आपां वॉज यूज करांगे। जदों इच्छा वाले सेंटेंसेस होणगे, जिवें काश मैं इस टाइम नहा रहा हुंदा या कुछ, है ना, तो आई वर टेकिंग बाथ या कुछ इस तरह कुछ सेंटेंस बनना सी, कंडीशन बननी सी, तो उत्थे की है इच्छा वाली कंडीशन विच की है वर यूज करांगे आई दे नाल, अदरवाइज वॉज आएगा, ठीक है जी। इस चीज़ां दी जिहड़ियां दे उत्ते ध्यान रखियो कि अगर तुहानूं किसी भी पेपर विच ਇਹੋ जी कंडीशन मिल जाए कि आई दे नाल वॉज लग्या होया या वर लग्या होया है, ते चूज द करेक्ट सेंटेंस आ जाए, तो उत्थे आपां इन्हां चीज़ां नूं देखना है कि उत्थे इच्छा वाली है या सिंपल है। तो सिंपल होएगा तो उत्थे वॉज होएगा, ठीक है, आई दे नाल, ओके। वैसे वर वाला केस बहुत रेयर है, आ जाए ज़्यादातर वॉज ही आएगा उत्थे, ठीक है, कंफ्यूज ना होना। तो नोट फिर अगेन थर्ड प्लेस पे लिखा ही हुआ है ऑलरेडी, तो वही सेम आएगा, ठीक है जी, ओके। फ्यूचर कंटिन्यूस, फ्यूचर कंटिन्यूस, रहा होगा, रही होगी, रहे होंगे, ठीक है। सब्जेक्ट प्लस विल या शैल प्लस बी प्लस वर्ब दी फर्स्ट फॉर्म प्लस आईएनजी प्लस ऑब्जेक्ट, तो अपना सिंपल कंटिन्यूस वाला केस बनेगा। जिवें मैं कल बाजार जा रहा होऊंगा, टुमारो। ਆਪਾਂ ਗਲਤੀ ਕੀ ਕਰਦੇ ਆ ਕਿ ਆਪਾਂ ਅਣਗਹਿਲੀ ਵਰਤਦੇ ਆ ਕਿ ਸਪੈਲਿੰਗ ਟੁਮਾਰੋ ਦੇ ਆਪਾਂ ਨੂੰ ਆਂਦੇ ਆ, ਟੁਮਾਰੋ ਹੋ ਗਿਆ ਐਟਸੈਟਰਾ ਆਪਾਂ ਲਿਖਦੇ ਆ ETC ETRA ਐਟਸੈਟਰਾ, ਜਿਹਨੂੰ ਆਪਾਂ ਸਿਰਫ ETC ਲਿਖ ਦਿੰਦੇ ਆ, ਠੀਕ ਹੈ। ਤਾਂ ਇਹ ਜਿਹੜੇ ਕਾਮਨ ਵਰਡਸ ਹੈਗੇ ਆ, ਇਹਨਾਂ ਦੇ ਵੀ ਕੀ ਹੈ, ਤੁਸੀਂ ਸਪੈਲਿੰਗ ਧਿਆਨ ਵਿੱਚ ਰੱਖਿਆ ਕਰੋ ਕਿ ਕਿਸ ਤਰ੍ਹਾਂ ਕੀ ਹੈ ਯੂਜ਼ ਕੀਤੇ ਜਾਂਦੇ ਹਨ, ਠੀਕ ਹੈ ਜੀ, ਓਕੇ। ਟੁਮਾਰੋ ਆਈ ਵਿਲ ਬੀ ਗੋਇੰਗ ਟੂ ਮਾਰਕੀਟ, ਉੱਥੇ मैं आई विल बी गोइंग ਆ ਤੁਸੀਂ ਧਿਆਨ ਰੱਖਣਾ ਕਿ ਕਿਸ ਤਰ੍ਹਾਂ ਯੂਜ਼ ਕੀਤਾ ਹੈ, ਠੀਕ ਹੈ ਜੀ। ਹੁਣ ਇੱਥੇ ਹੁੰਦਾ ਕਿ ਮੈਂ ਕੱਲ ਬਾਜ਼ਾਰ ਨਹੀਂ ਜਾ ਰਿਹਾ ਹੋਊਂਗਾ, ਠੀਕ ਹੈ। ਟੁਮਾਰੋ आई विल नॉट बी गोइंग टू मार्केट, विल। ਹੁਣ देखो कई बच्चे करते सर बी तो बाद आएगा या बी तो पहला आएगा,
विल तो बाद आएगा या विल तो पहला आएगा। तो ਇੱਥੇ ਫਿਰ ਉਹੀ ਚੀਜ਼ਾਂ ਕਨਫਿਊਜ਼ ਹੋਣ ਦੀ ਲੋੜ ਹੀ ਨਹੀਂ ਹੈ। ਤੁਹਾਨੂੰ ਇਹ ਚੀਜ਼ ਦੱਸ ਹੀ ਦਿੱਤੀ ਗਈ ਹੈ ਕਿ ਜਿਹੜਾ ਨੋਟ ਹੈਗਾ ਆਪਾਂ ਥਰਡ ਪਲੇਸ ਤੇ ਯੂਜ਼ ਕਰਨਾ ਹੈ। ਹੁਣ ਆ ਦੇਖੋ ਟੁਮਾਰੋ ਕੀ ਚੀਜ਼ ਹੈਗੀ ਹੈ, ਇਹ ਆਪਣਾ ਐਡਵਰਬ ਹੈ, ਠੀਕ ਹੈ। ਤਾਂ ਐਡਵਰਬ ਆ ਜਾਵੇ, ਐਡਜੈਕਟਿਵ ਆ ਜਾਵੇ, ਇਹ ਆਪਾਂ ਮੰਨ ਸਕਦੇ ਹਾਂ ਕਿ ਐਡੀਸ਼ਨਲ ਚੀਜ਼ਾਂ ਹੈ। ਸਬਜੈਕਟ ਆਪਣਾ ਜਿਹੜਾ ਹੈਗਾ ਉਸ ਅਕੋਰਡਿੰਗ ਆਪਾਂ ਦੇਖਾਂਗੇ ਕਿ ਜਿਹੜਾ ਪਲੇਸ ਹੈਗਾ ਨੋਟ ਦਾ ਕੀ ਹੈ, ਥਰਡ ਰਹੇਗਾ, ਠੀਕ ਹੈ। ਤਾਂ ਉੱਥੇ ਕੀ ਹੈ, ਆਪਾਂ ਇਹ ਸੈਂਟੈਂਸ ਇਸ ਤਰ੍ਹਾਂ ਬਣਾਵਾਂਗੇ, ਠੀਕ ਹੈ ਜੀ। ਹੁਣ ਤੱਕ ਆਪਾਂ ਇੰਡੈਫੀਨਿਟ ਦੇ ਤਿੰਨੋਂ ਕੇਸ, ਕੰਟੀਨਿਊਸ ਦੇ ਤਿੰਨੋਂ ਕੇਸ ਕਰ ਚੁੱਕੇ ਹਾਂ। ਅਗਰ ਕੋਈ ਵੀ ਚੀਜ਼ ਨਾ ਸਮਝ ਆਈ ਹੋਵੇ ਤਾਂ ਉਹ ਕੀ ਤੁਸੀਂ ਜਿਹੜੀ ਹੈਗੀ ਹੈ थोड़ी जी वीडियो की है रिवाइंड कर लेना, बैक कर लेना तो समझ लेना। फिर भी ना समझ आए तो पर्सनली मेरा नंबर दिता हुआ है डिस्क्रिप्शन दे विच, जरूर तुसी की है कॉन्टैक्ट कर लेना। परफेक्ट का केस है, ਇਹਦੇ ਵਿੱਚ ਹਮੇਸ਼ਾ वर्ब ਦੀ थर्ड फॉर्म आएगी, चाहे वो प्रेजेंट ਦਾ, ਚਾਹੇ ਉਹ ਪਾਸਟ ਦਾ, ਚਾहे वो फ्यूचर ਦਾ। फर्क की है ਇਹਦੇ ਵਿੱਚ आइडेंटिफिकेशन की होगी, चुका है, चुका है, चुकी है, चुके है। अच्छा दूजी चीज ये वैसे गल करिए तो पुरानियां हो गई, हुण जिहड़ी आइडेंटिफिकेशन चल रही है वो मैं तुहानूं पहलां दसी सी ना गल कि लिया गया, आया, खाया, पिया। हुण इत्थे ओही चीज आऊगी, पर इन्हां दे पिछे की है आएगा नाल, लिया है, गया है, आया है, खाया है, पिया है, तो वो चीज़ां आएगियां, ठीक है। रूल जिहड़ा हैगा सब्जेक्ट प्लस हैज या हैव प्लस वर्ब दी थर्ड फॉर्म प्लस ऑब्जेक्ट। ਤੇ ਤੁਹਾਨੂੰ ਮੈਂ ਸਟਾਰਟਿੰਗ ਦੇ ਵਿੱਚ ਇਹ ਚੀਜ਼ ਦੱਸੀ ਸੀ ਕਿ ਹੈਜ਼ ਕਿੱਥੇ ਆਏਗਾ ਤੇ ਹੈਵ ਕਿੱਥੇ ਆਏਗਾ। ਹੁਣ ਵੀਡੀਓ ਰਿਵਾਈਂਡ ਨਾ ਕਰਿਓ, 1 ਮਿੰਟ ਪੌਜ਼ ਕਰਕੇ ਤਾਂ ਤੁਸੀਂ ਸੋਚ ਕੇ ਦੱਸੋ ਕਿ ਇੱਥੇ ਹੈਜ਼ ਕਿੱਥੇ ਆਏਗਾ ਤੇ ਹੈਵ ਕਿੱਥੇ ਆਏਗਾ, ਠੀਕ ਹੈ। ਮੈਂ ਤਾਂ ਦੱਸਣਾ ਹੀ ਹੈ, ਤੁਸੀਂ ਜ਼ਰੂਰ ਸੋਚ ਕੇ ਦੇਖਿਆ ਕਰੋ, ਥੋੜਾ ਜਿਹਾ ਆਪਣੇ ਦਿਮਾਗ ਤੇ ਸਟ੍ਰੈਸ ਪਾਇਆ ਕਰੋ ਕਿ ਕਿਵੇਂ ਹੋ ਸਕਦਾ ਹੈ। ਸਬਜੈਕਟ ਅਗਰ ਸਿੰਗੂਲਰ ਹੋਏਗਾ ਤਾਂ ਹੈਜ਼ ਆਏਗਾ, ਅਗਰ ਪਲੂਰਲ ਹੋਏਗਾ ਤਾਂ ਹੈਵ ਆਏਗਾ, ਠੀਕ ਹੈ ਜੀ। ਮੈਂ बाजार पहुंच चुका हूं, आई हैव रीच्ड एट मार्केट, ठीक है जी। तो सिंपल सेंटेंस बनेगा आई हैव रीच्ड एट मार्केट, या कुछ भी और बनाइए, मैं पानी पी चुका हूं, आई हैव ड्रंक वाटर, ड्रिंक, ड्रैंक, ड्रंक। तो थर्ड फॉर्म की बनेगी ड्रंक, तो वाटर आ गया जी, ठीक है जी। आपना है प्रेजेंट परफेक्ट, प्रेजेंट परफेक्ट। हाँ जी, हम चलते हैं आप पास्ट परफेक्ट की। सेम, चुका था, चुकी थी, चुके थे, लिया था, गया था, खाया था, पिया था, सोया था। तो ਉਹਦੇ ਲਾਸਟ ਤੇ था ही आएगा। ਹੁਣ ਇਸ ਕੇਸ ਵਿੱਚ ਕੀ ਹੈ, ਜਿਵੇਂ ਅਗਰ ਤੁਸੀਂ ਧਿਆਨ ਹੋਊਗਾ ਤੁਹਾਨੂੰ ਪ੍ਰੈਜ਼ੈਂਟ ਪਾਸਟ ਇੰਡੈਫੀਨਿਟ ਦੇ ਵਿੱਚ ਆਪਾਂ ਵਰਬ ਦੀ ਸੈਕੰਡ ਫਾਰਮ ਯੂਜ਼ ਕੀਤੀ ਸੀ, ਕਿੱਥੇ ਵੀ ਆਪਾਂ ਨੂੰ ਟੈਨਸ਼ਨ ਵਾਲੀ ਲੋੜ ਨਹੀਂ ਸੀ ਕਿ ਸਬਜੈਕਟ ਸਿੰਗੂਲਰ ਹੈ ਜਾਂ ਪਲੂਰਲ ਹੈ। ਸੇਮ ਐਜ਼ ਇਟ ਇਜ਼ ਇੱਥੇ ਵੀ ਕੀ ਆਪਾਂ हैड यूज करांगे, उत्थे आपां नूं दिक्कत नहीं हैगी कि सब्जेक्ट सिंगुलर आएगा या प्लूरल आएगा, ठीक है जी। ये आपां नूं दिक्कत नहीं हैगी, हैड आएगा नॉर्मली। तो मैं बाजार पहुंच चुका था, तो उत्थे हैव दी जगह हैड आ जाएगा, ठीक है जी। हैव दी जगह की है हैड आ जाएगा। वह या ओ गाना गा चुका सी, he had he had sung a song। अगर गाने हुंदा इत्थे गाना है ना तो a song लगा है, इत्थे अगर हुंदा कि गाने गा चुके है he had sung songs, फिर आपां और ही लगाना सीगा, फिर songs आ जाना सीगा। तो निक्के निक्के जिहड़ी चीज़ां हैगियां इन्हां ते वर्क करया करो, इन्हां ते ध्यान दिया करो, ठीक है क्लास। ओके, अगर नोट वाला केस बनेगा तो सेम अगेन इत्थे थर्ड प्लेस ते नोट आ जाएगा, तो इत्थे भी की है नोट, इत्थे भी की है नोट, इत्थे भी की है नोट, ठीक है जी। नेक्स्ट चलते हैं, ओके यस, फ्यूचर परफेक्ट।
ठीक है, चुका होगा, चुकी होगी, चुके होंगे, लिया होगा, गया होगा। तो आ चीज़ां आउणगियां। ठीक है जी। सब्जैक्ट प्लस विल या शैल, ਇਹ ਤੁਹਾਨੂੰ ਮੈਂ ਲਾਸਟ ਵੀਡੀਓ ਦੇ ਵਿੱਚ ਦੱਸਿਆ ਸੀਗਾ ਕਿ ਜਿਹੜੇ ਵਿਲ ਸ਼ੈਲ ਹੁੰਦੇ ਆ, ਸ਼ਾਇਦ ਮੈਂ ਨਹੀਂ ਦੱਸਿਆ ਸੀ, ਰਹਿ ਗਿਆ ਸੀ, ਹੈ ਨਾ। ਤੇ ਜਿਹੜੇ ਵਿਲ ਸ਼ੈਲ ਹੁੰਦੇ ਆ ਆਪਾਂ ਇੱਥੇ ਐਜ਼ ਏ ਹੈਲਪਿੰਗ ਵਰਬ ਲੈਂਦੇ ਆ ਫਿਊਚਰ ਦੇ ਲਈ, ਠੀਕ ਹੈ। ਤੇ ਲੇਕਿਨ ਵਿਲ ਸ਼ੈਲ ਜਿਹੜੇ ਹੈਗੇ ਆ ਉਹ ਐਜ਼ ਏ ਮੋਡਾਲ ਵੀ ਯੂਜ਼ ਕੀਤੇ ਜਾਂਦੇ ਆ। ਤੇ ਮੈਂ ਤੁਹਾਨੂੰ ਇਹ ਗੱਲ ਦੱਸੀ ਸੀ ਕਿ ਜਦੋਂ ਵੀ ਕਿਤੇ ਮੋਡਾਲਸ ਹੋਣਗੇ ਤਾਂ ਮੋਡਾਲ ਦੇ ਨਾਲ ਹਮੇਸ਼ਾ ਵਰਬ ਦੀ ਫਰਸਟ ਫਾਰਮ ਹੋਏਗੀ। ਲੇਕਿਨ ਆਪਾਂ ਇੱਥੇ ਕੀ ਲੈ ਰਹੇ ਆ, ਥਰਡ ਫਾਰਮ, ਹੈ ਨਾ। ਤਾਂ ਉਹਦੇ ਲਈ ਆਪਾਂ ਕੀ ਯੂਜ਼ ਕੀਤਾ, ਹੈਵ। ਤੇ ਕੋਈ ਵੀ ਹੋਰ ਕਿਸੇ ਵੀ ਹੋਰ ਤਰ੍ਹਾਂ ਦੇ ਜਿਹੜੇ ਮੋਡਾਲਸ ਹੋਣਗੇ ਆਪਾਂ ਯੂਜ਼ ਕਰਾਂਗੇ ਉਹਨਾਂ ਦੇ ਨਾਲ। ਅਗਰ ਆਪਾਂ ਨੂੰ ਇਸ ਤਰ੍ਹਾਂ ਦੀ ਕੰਡੀਸ਼ਨ ਹੋਊਗੀ ਕਿ ਥਰਡ ਫਾਰਮ ਲਗਾਣੀ ਹੈ ਵਰਬ ਦੀ, ਤਾਂ ਵਿੱਚ ਆਪਾਂ ਹੈਵ ਜਾਂ ਬੀ ਯੂਜ਼ ਕਰਾਂਗੇ। ਆਪਾਂ ਦੇਖਾਂਗੇ ਬੀ ਵਾਲਾ ਕੀ ਕੇਸ ਹੈਗਾ। ਤੇ ਫਿਲਹਾਲ ਆਪਾਂ ਕੀ ਕਹਿ ਰਹੇ ਹਾਂ ਕਿ ਹੈਵ ਯੂਜ਼ ਕਰਾਂਗੇ। ਠੀਕ ਹੈ ਜੀ, ਹੈਵ। ਓਕੇ, ਹੈਵ ਵਰਬ ਦੀ ਥਰਡ ਫਾਰਮ ਪਲਸ ਆਬਜੈਕਟ। ओके, सब्जेक्ट सिंगुलर प्लूरल कोई दिक्कत नहीं है। विल शैल ਤੁਹਾਨੂੰ ਪਤਾ ਹੀ ਹੈ ਕਿੱਥੇ ਆਏਗਾ, ਕਿਉਂ ਆਏਗਾ, ਕਿਵੇਂ ਆਏਗਾ। ਤਾਂ ਆਪਾਂ ਸੈਂਟੈਂਸ ਬਣਾਉਂਦੇ ਆ, ਮੈਂ ਉਸ ਦੇ ਘਰ ਜਾ ਚੁੱਕਿਆ ਹੋਵਾਂਗਾ। I will have gone to her या his house, because ਆਪਾਂ ਨੂੰ ਪਤਾ ਨਹੀਂ ਨਾ ਉਸ ਦਾ ਘਰ ਕਿਸ ਦਾ ਹੈ, ਲੜਕੇ ਦਾ ਜਾਂ ਲੜਕੀ ਦਾ। ਤਾਂ I will have gone, go went gone, ਤਾਂ ਥਰਡ ਫਾਰਮ gone ਆ ਗਈ। will plus have plus gone plus to his house। ਠੀਕ ਹੈ ਜੀ। ਅਗਰ ਹੁੰਦਾ ਕਿ ਉਹ ਕੱਲ ਸੌ ਚੁੱਕਿਆ ਹੋਊਗਾ, he okay tomorrow। ਅੱਛਾ, ਇੱਕ ਆ ਵੀ ਕਈ ਬੱਚਿਆਂ ਦੇ ਦਿਮਾਗ ਦੇ ਵਿੱਚ ਕੁਐਸਚਨ ਹੁੰਦਾ ਹੈ ਕਿ ਟਮੋਰੋ ਸਰ ਅੱਗੇ ਆਏਗਾ ਜਾਂ ਪਿੱਛੇ ਆਏਗਾ। ਰਾਜੇ ਕੋਈ ਦਿੱਕਤ ਨਹੀਂ ਹੈ, ਲੇਕਿਨ ਮੈਂ ਇਹ ਤੁਹਾਨੂੰ ਜ਼ਰੂਰ ਮਤਲਬ ਇੱਕ ਸੁਜੈਸ਼ਨ ਦੇਣਾ ਚਾਹੂੰਗਾ ਕਿ ਜੇਕਰ ਪੋਜ਼ਿਟਿਵ ਨੈਗੇਟਿਵ ਦਾ ਸਿੰਪਲ ਕੇਸ ਹੈ ਤਾਂ ਟਮੋਰੋ ਤੁਸੀਂ ਅੱਗੇ ਹੀ ਰੱਖੋ। ਜੇਕਰ ਕੁਐਸਚਨਿੰਗ ਵਾਲਾ ਸੈਂਟੈਂਸ ਹੈ ਤਾਂ ਜਿਹੜਾ ਐਡਵਰਬ ਆਫ ਟਾਈਮ ਹੈਗਾ ਟਮੋਰੋ, ਟੁਡੇ, ਤਾਂ ਇਹ ਕੀ ਹੈ ਤੁਸੀਂ ਐਟ ਦਾ ਐਂਡ ਆਫ ਦਾ ਸੈਂਟੈਂਸ ਰੱਖੋ। ਠੀਕ ਹੈ ਜੀ। Okay, tomorrow he will have slept। tomorrow he will have slept। ਤਾਂ ਉੱਥੇ ਉਹੀ ਗੱਲ ਕਹੀ ਹੈ, ਉਹ ਕੱਲ ਸੋ ਚੁੱਕਿਆ ਹੋਊਗਾ, will have slept। ਤੇ ਕੌਣ, ਉਹ, ਤੇ ਉਸ ਵਾਰ ਕਦੋਂ, ਤਾਂ ਕੱਲ। ਠੀਕ ਹੈ ਜੀ। ਆਹ ਵਾਲਾ ਕੇਸ ਫਿਊਚਰ ਪਰਫੈਕਟ ਦਾ ਹੈਗਾ ਜੀ। ਤਾਂ ਨੋਟ ਵਾਲਾ ਹੋਏਗਾ ਤਾਂ ਥਰਡ ਪਲੇਸ ਤੇ ਨੋਟ, will not have। ਠੀਕ ਹੈ ਜੀ, will not have। ਤਾਂ will not have ਤਾਂ ਆਪਾਂ ਥਰਡ ਪਲੇਸ ਤੇ ਹੀ ਕੀ ਹੈ, ਨੋਟ ਰੱਖਣਾ ਹੈ। ਠੀਕ ਹੈ ਜੀ। ਲਾਸਟ ਬਿਲਕੁਲ 3 ਰਹਿ ਗਏ ਹੈ। ਬਸ ਬਿਲਕੁਲ ਲਾਸਟ 3 ਰਹਿ ਗਏ। ਧਿਆਨ ਦੇ ਨਾਲ ਅਗਰ ਤੁਸੀਂ ਕਰ ਰਹੇ ਹੋ ਤਾਂ ਬਹੁਤ ਵਧੀਆ ਗੱਲ ਹੈ। ਤੁਸੀਂ ਉਹਨਾਂ ਸਟੂਡੈਂਟਸ ਵਿੱਚੋਂ ਜਿਨ੍ਹਾਂ ਦਾ ਨੰਬਰ ਛੇਤੀ ਹੀ ਕੀ ਹੈ, ਪੈਨ ਵਾਲਾ ਹੈ, ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ। ਠੀਕ ਹੈ ਜੀ। ਇਹਦੇ ਵਿੱਚ ਕੀ ਹੈਗਾ, ਸੇਮ ਹੋਏਗਾ ਰਹਾ ਹੈ ਜਿਹੜਾ ਆਪਾਂ ਕੀਤੀ ਸੀ ਪ੍ਰੈਜ਼ੈਂਟ ਕੰਟੀਨਿਊਸ। ਲੇਕਿਨ ਆ ਪਰਫੈਕਟ ਦੀ ਕੀ ਪਹਿਚਾਣ ਹੈ ਜਾਂ ਕੀ ਫਰਕ ਕੀ ਹੈਗਾ ਉਹ ਆਪਾਂ ਦੇਖਦੇ ਹਾਂ। ਰਹਾ ਹੈ, ਰਹੀ ਹੈ ਤੇ ਰਹੇ ਹੈ, ਫਰਕ ਕੀ ਹੈ ਜਾਂ ਕੀ ਦਿੱਕਤ ਕੀ ਹੈ, ਕੀ ਚੇਂਜਸ ਆ ਗਏ ਇਹਦੇ ਵਿੱਚ। ਇਸ ਸੈਂਟੈਂਸ ਦੇ ਵਿੱਚ ਕੀ ਹੈ, ਪਲੱਸ ਟਾਈਮ ਦਿੱਤਾ ਹੋਏਗਾ। ਟਾਈਮ ਹੋਰ ਕਿਸੇ ਵਿੱਚ ਵੀ ਦਿੱਤਾ ਹੋ ਸਕਦਾ ਹੈ, ਲੇਕਿਨ ਫਰਕ ਕੀ ਹੈਗਾ, ਜਿਵੇਂ ਮੈਂ ਕੱਲ ਬਾਜ਼ਾਰ ਜਾ ਰਹਾ ਹੂੰ। ਹੁਣ ਇਸ ਤਰ੍ਹਾਂ ਦਾ ਅਗਰ ਸੈਂਟੈਂਸ ਆ ਜਾਏ, ਮੈਨੂੰ ਇੱਕ ਗੱਲ ਦੱਸੋ ਕਿ ਇਹ ਪ੍ਰੈਜ਼ੈਂਟ ਦਾ ਹੈ ਜਾਂ ਫਿਊਚਰ ਦਾ ਹੈ ਜਾਂ ਪਾਸਟ ਦਾ ਹੈ। ਇਹ ਰਾਜੇ ਫਿਊਚਰ ਦਾ ਸੈਂਟੈਂਸ ਹੈ, ਫਿਊਚਰ ਕੰਟੀਨਿਊਸ ਹੈ। ਦੇਖਣ ਚ ਆਪਾਂ ਨੂੰ ਰਹਾ ਹੂੰ ਲੱਗ ਰਿਹਾ ਹੈ, ਲੇਕਿਨ ਇੱਥੇ ਗੱਲ ਚੱਲ ਰਹੀ ਹੈ ਕੱਲ ਦੀ, ਆਉਣ ਵਾਲੇ ਕੱਲ ਨੂੰ ਮੈਂ ਆ ਚੀਜ਼ ਕਰੂੰਗਾ। I will be going to market tomorrow। ਠੀਕ ਹੈ ਜੀ। ਇਹ ਉਹ ਵਾਲਾ ਕੇਸ ਹੈ। ਕਨਫਿਊਜ਼ ਨਾ ਹੋਇਓ, ਸੈਂਟੈਂਸ ਨੂੰ ਸਮਝਣ ਦੀ ਕੋਸ਼ਿਸ਼ ਕਰਿਓ। ਠੀਕ ਹੈ। ਹੁਣ ਮੈਂ ਇੱਥੇ ਕੱਲ ਕਿਉਂ ਲਿਖਵਾਇਆ,
ਇਹਦੇ ਵਿੱਚ ਸਿਰਫ ਕੱਲ ਦੱਸਿਆ ਕਿ ਕੱਲ ਮੈਂ ਕਰੂੰਗਾ, ਕੱਲ ਮੈਂ ਜਾਊंगा, ਆऊंगा, ਖਾਊंगा, ਪੀਊਂਗਾ, सोऊंगा, दौड़ूंगा। लेकिन ਜਦੋਂ ਕੀ ਹੈ ਕੱਲ ਤੋਂ ਹੋ ਜੇ, मैं कल से बाजार जा रहा हूं, ठीक है। मतलब मैं कल तो बाजार जाना शुरू किया है, कल तो जा रहा हाँ, हो सकता मैं 4-5 बारी जाया हूँ, कल भी जाया, अज भी जाया, अज भी जा रहा हाँ, तो मतलब कल तो जा रहा हाँ। कई तुसीं देखे होणगे अपने ध्यान ਦੇ ਵਿੱਚ ਨਿਗਾਹ ਦੇ ਵਿੱਚ ਤੁਹਾਡੇ ਹੋਣਗੇ ਕਿ ਕੁਝ ਕਾਲਜਿਸ ਹੋ ਗਏ, ਕੁਝ ਸਕੂਲ ਹੋ ਗਏ, ਉਹਨਾਂ ਦੇ ਆ ਚੀਜ਼ ਲਿਖੀ ਹੁੰਦੀ ਹੈ since 1863, since 1969, ਠੀਕ ਹੈ। ਮੋਹਾਲੀ ਦਾ ਜਿਹੜਾ ਬੋਰਡ ਹੈਗਾ, ਜਿਹੜਾ PSEB ਪੰਜਾਬ ਸਕੂਲ ਐਜੂਕੇਸ਼ਨ ਬੋਰਡ, ਉਹ 69 ਵਿੱਚ ਐਸਟੈਬਲਿਸ਼ ਹੋਇਆ ਸੀਗਾ, ਤਾਂ since 1969 ਲੱਗਿਆ ਹੋਏਗਾ, ਕਦੇ ਦੇਖ ਲੈਣਾ, ਠੀਕ ਹੈ। ਤੇ ਨਾਲ ਇਹ ਵੀ ਚੀਜ਼ ਲੱਗੀ ਹੁੰਦੀ ਹੈ ESTD, ਮਤਲਬ established है ना, कदों वो चीज़ स्थापित की गई सी, since 1969 उस साल तो, ठीक है जी। कई होंगे जिवें मैं बचपन से यहाँ रह रहा हूँ, तो इत्थे की है, अगर मैं यहाँ रह रहा हूँ तो ये सिंपल सेंटेंस बनेगा प्रेजेंट कंटिन्यूअस का। लेकिन जो बचपन से ना टाइम आ गया तो सीधा की है जी ये प्रेजेंट परफेक्ट कंटिन्यूअस दे केस विच की है चला जाएगा। ਹੁਣ ਇਹਨਾਂ ਵਿੱਚ ਤਿੰਨ ਚੀਜ਼ਾਂ ਹੁੰਦੀਆਂ, ਦੋ ਚੀਜ਼ਾਂ ਹੋਣਗੀਆਂ, ਤੀਜੀ ਆਪਾਂ ਬਾਅਦ ਚ ਦੇਖਾਂਗੇ। ਸਿੰਪਲ ਸਿੰਸ ਤੇ ਫੋਰ। ਸਿੰਸ ਕਿੱਥੇ ਆਏਗਾ ਤੇ ਫੋਰ ਕਿੱਥੇ ਆਏਗਾ? ਸਿੰਸ ਆਏਗਾ ਜਿੱਥੇ ਐਕੂਰੇਟ ਟਾਈਮ ਦਿੱਤਾ ਹੋਵੇ, ਜਿਵੇਂ 4:36 ਤੋਂ 4:36 ਮਿੰਟ ਤੋਂ, ਠੀਕ ਹੈ ਜੀ। 3 ਵਜੇ ਤੋਂ, 5 ਵਜੇ ਤੋਂ, 7 ਵਜੇ ਤੋਂ, 11 ਵਜੇ ਤੋਂ, 3:57 ਤੋਂ, मतलब जिथे एक्यूरेट टाइम दिता होएगा। डे दिता होएगा मंडे ट्यूसडे, कोई भी डे दिता होएगा, कोई भी मंथ दिता होएगा, कोई भी ईयर दिता होएगा। ईयर जिवें 2023 टू 2019 समथिंग कुछ इस तरह कुछ लिखा होवे, कोई साल दिता होवे, दिन दिता होवे, महीना दिता होवे। लास्ट वर्ड आ जाए, लास्ट वीक हो गया, ठीक है जी, लास्ट वीक हो गया, लास्ट ईयर हो गया, लास्ट मंथ हो गया, लास्ट डे हो गया, लास्ट नाइट हो गया, मॉर्निंग हो गया, इवनिंग हो गया, नून हो गया, मिडनाइट हो गया। तो इन्हां नाल की है सिंस आएगा डायरेक्ट, ठीक है जी। इन्हां तो इलावा सिंस बर्थ, मतलब बर्थ, सिंस बर्थ, सिंस मैरिज, सिंस चाइल्डहुड, बस इन्हां चीज़ों के नाल की है सिंस की वरतों की जाऊगी। जिथे आ वाली चीज़ां होणगियां उत्थे की है सिंस फिक्स है, मतलब जन्म जदों होया, टाइम भी, डेट भी, वो चीज़ फिक्स है। मैरिज जदों हुई, जिस तरीक नूं हुई सी वो भी चीज़ फिक्स है, या जिस तरीक नूं होनी है। चाइल्डहुड जिहड़ा हैगा टाइम पीरियड हैगा कि इन्ने तो इन्ना जिहड़ा बचपन है किसी का भी है, तो वो एक टाइम सी वो बीत गया, फिक्स सी, ठीक है जी। कोई भी साल है, कोई भी महीना है, कोई भी मंथ है, कोई भी डे है, कोई भी लास्ट वीक है, लास्ट डे है, लास्ट नाइट है, लास्ट मॉर्निंग, या मॉर्निंग आ जाए, इवनिंग आ जाए, नून आ जाए, मिडनाइट आ जाए, तक टाइम आ जाए, डायरेक्ट जो एक्यूरेट टाइम है, इन्ना सब दे नाल की है सिंस आएगा, ठीक है जी। हाँ जी, फोर कितने आएगा? फोर आएगा जिथे फिक्स चीज ना हो, लाइकवाइज 4 दिनों तो, है ना, फोर डेज, फोर डेज, 4 दिनों तो, 4 महीनों तो, 4 मंथ्स, 2 महीनों तो, 1 महीने तो उथे मंथ्स दे नाल, ईयर्स दे नाल, 5 सालों तो, 3 सालों तो, 2 सालों तो, 1 साल तो, 4 सालों तो, उथे आपां नूं पता नहीं कि किहड़े साल तो, है ना। जे अज भी जिवें 5 मिनटां तो, 5 सैकेंड्स तो, 7 सैकेंड तो, 10 मिनटां तो, अद्धे घंटे तो उत्थे की है इत्थे आपां आ चीज़ लगावांगे फोर, है ना। 3 दिनों तो, 3 महीनों तो, 3 सालों तो, 3 मिनटां तो, 3 सेकेंडां तो, 3 घंटियां तो उत्थे आपां की है फोर यूज़ करांगे, ठीक है जी। सॉरी, ओके, इत्थे ही आपां जिहड़ा कि है प्रेजेंट केस दे विच आपां की है सिंस ते फोर यूज़ करांगे, ठीक है। हुण इत्थे आही सेंटेंस आपां बना के देखते हैं। ओके, मैं बचपन से यहाँ रह रहा हूँ। आई हैव, रूल नहीं लिखा क्या आपका? ओके, पहला रूल लिखते हैं। सब्जेक्ट प्लस हैज, हैव प्लस बीन प्लस वर्ब दी फर्स्ट फॉर्म प्लस आईएनजी प्लस ऑब्जेक्ट प्लस टाइम, मतलब सिंस या फोर। सब्जेक्ट प्लस हैज या हैव प्लस बीन
प्लस वर्ब दी फर्स्ट फॉर्म प्लस आईएनजी प्लस ऑब्जेक्ट। हुण एक चीज ध्यान दिओ, परफेक्ट दे केस विच आपां लगाते सी हैज हैव, लगाता जी। परफेक्ट दे केस विच आपां वर्ब दी थर्ड फॉर्म भी लगाते सी, लगाती जी। बी वाज बीन, बी वाज बीन, थर्ड फॉर्म जिहड़ी हैगी आपां बीन की है लगा ली, ठीक है जी। उस तो बाद ਹੁਣ ਕੰਟੀਨਿਊਸ ਦੇ ਕੇਸ ਵਿੱਚ ਮੈਂ ਤੁਹਾਨੂੰ ਇੱਕ ਆਪਾਂ ਚੀਜ਼ ਦੇਖੀ ਸੀ ਕਿ ਜਿੰਨੇ ਵੀ ਕੰਟੀਨਿਊਸ ਵਾਲੇ ਕੇਸ ਹੁੰਦੇ ਆ ਉਹਨਾਂ ਵਿੱਚ ਹਮੇਸ਼ਾ ਵਰਬ ਦੀ ਫਰਸਟ ਫਾਰਮ ਤੇ ਆਈਐਨਜੀ ਆਉਂਦਾ ਹੈ। ਪਲੱਸ ਟਾਈਮ ਆ ਗਿਆ ਜੀ, ਟਾਈਮ ਦੇ ਨਾਲ ਕੀ ਹੈ ਸਿੰਸ ਜਾਂ ਫॉर ਆਏਗਾ, ਆਬਜੈਕਟ ਤੋਂ ਬਾਅਦ ਕੀ ਹੈ ਸਿੰਸ ਜਾਂ ਫॉर ਦੇ ਨਾਲ ਕੀ ਹੈ ਟਾਈਮ ਆਏਗਾ। ਆਈ ਹੈਵ ਬੀਨ ਲਿਵਿੰਗ ਹੇਅਰ ਸਿੰਸ ਚਾਈਲਡਹੁੱਡ, since childhood। ओके नेक्स्ट करते हैं नोट। ध्यान रखिए जो नोट होएगा वो थर्ड प्लेस पे आएगा, ठीक है। पास्ट परफेक्ट कंटिन्यूअस विच सेम रहा था, रही थी, रहे थे, तो वही चीज आऊगी, ठीक है। हैज हैव की जगह सिर्फ हैड लिखना आपा, बाकी सब कुछ सेम रहेगा, ठीक है जी। आ सिंस ते फॉर वाला भी कंडीशन सेम रहेगी। मैं कल बाजार जा रहा था, इधर ओके ये वाला तो है ही सेंटेंस है ना, आपा ये बनाया सी कल से, है ना। मैं बचपन से बस यहाँ रह रहा था, ठीक है। हुण आप था वाला केस बनावांगे। आई हैड बीन लिविंग हियर सिंस चाइल्डहुड। अगर मैं गल करता के कर दिए कोई होर बना दिया आप, वह 10 सालों से नहा रहा था, ठीक है जी। ही हैड बीन टेकिंग बाथ for 10 years। ਉੱਥੇ ਆਪਾਂ for 10 years ਲਿਖਾਂਗੇ, ਆਪਾਂ for 10 years ਲਿਖਾਂਗੇ, since ਨਹੀਂ ਲਿਖਾਂਗੇ ਬਿਕੋਜ਼ 10 ਸਾਲ ਕਿਹੜੇ ਅਗਰ ਲਿਖਿਆ ਹੁੰਦਾ ਪਿਛਲੇ 10 ਸਾਲਾਂ ਤੋਂ ਤਾਂ ਫਿਰ ਆਪਾਂ ਲਿਖਦੇ ਸੀ since last 10 years, ਠੀਕ ਹੈ। ਇੱਥੇ ਆਪਾਂ for 10 years ਦੇ ਨਾਲ ਕਿਉਂ ਲਿਖਿਆ ਹੈ ਕਿਉਂਕਿ ਆਪਾਂ ਨੂੰ ਪਤਾ ਹੀ ਨਹੀਂ ਹੈ ਜੀ ਕਿਹੜੇ 10 ਸਾਲ। ਅਗਰ ਇੱਥੇ 10 ਸਾਲਾਂ ਦੀ ਜਗ੍ਹਾ 10 ਮਿੰਟ ਵੀ ਹੁੰਦੇ ਤਾਂ ਫਿਰ ਵੀ ਆਪਾਂ ਕੀ ਲਿਖਣਾ ਸੀ for 10 minutes, ਠੀਕ ਹੈ ਜੀ। ਤਾਂ ਇਹ ਵਾਲੇ ਕਿਹੜੇ ਹੁੰਦੇ ਆ ਪਾਸਟ ਪਰਫੈਕਟ ਕੰਟੀਨਿਊਸ। ਹੁਣ ਰਹੇਗਾ ਜੀ ਫਿਊਚਰ ਪਰਫੈਕਟ ਕੰਟੀਨਿਊਸ, ਬਿਲਕੁਲ ਲਾਸਟ ਹੈ ਜੀ ਅੱਜ ਦਾ। ਫਿਊਚਰ ਪਰਫੈਕਟ ਕੰਟੀਨਿਊਸ रहा होगा, रही होगी, रहे होंगे, ठीक है जी। आता हो गया आइडेंटिफिकेशंस। तो हुण की है रूल जिहड़ा हैगा सब्जेक्ट प्लस विल शैल प्लस हैव प्लस बीन प्लस वर्ब दी फर्स्ट फॉर्म प्लस आईएनजी प्लस ऑब्जेक्ट प्लस हुण सिंस ते फॉर नहीं आएगा जी। हुण की आएगा फ्रॉम या फॉर। जिथे जिथे आज ही देखो जिथे जिथे ਆਪਾਂ since यूज करते सी जिस चीज ਦੇ ਲਈ मतलब ਫਿਕਸ ਟਾਈਮ ਦੇ ਲਈ ਮੰਡੇ ਲਈ ਮੰਥ ਲਈ ਈਅਰ ਲਈ, ਤਾਂ ਜਿਥੇ ਜਿਥੇ ਆਪਾਂ since यूज ਕਰਦੇ ਸੀ ਸਿਰਫ ਇੱਥੇ ਆਪਾਂ from यूज ਕਰਾਂਗੇ since ਦੀ ਜਗ੍ਹਾ, ਤੇ ਜਿੱਥੇ ਆਪਾਂ for यूज ਕਰਦੇ ਸੀ ਉਹ for ਹੀ ਰਹੇਗਾ, ਠੀਕ ਹੈ ਜੀ। ਕਿਉਂ ਹੁਣ ਇੱਥੇ ਦੇਖੋ ਉੱਥੇ ਸੀ ਕਿ ਐਨੇ ਸਾਲਾਂ ਤੋਂ ਐਨੇ ਮਿੰਟਾਂ ਤੋਂ ਐਨੇ ਘੰਟਿਆਂ ਤੋਂ ਐਨੇ ਦਿਨਾਂ ਤੋਂ ਇਸ ਸਾਲ ਤੋਂ ਆਪਾਂ ਇਹ ਚੀਜ਼ ਕਰ ਰਹੇ ਹਾਂ, ਠੀਕ ਹੈ। ਇੱਥੇ ਹੁਣ ਹੋਏਗਾ ਕਰ ਰਹੇ ਹੋਵਾਂਗੇ, है ना। वह 10 सालों से नहा रहा होगा, होगा ਦੇ ਲਈ ਆਪਾਂ ਯੂਜ਼ ਕਰਾਂਗੇ ਹੁਣ ਇੱਥੇ he will have been taking a bath for 10 years या फिर 10 minutes। कुछ भी नहीं करना ਆਪਾਂ, सिर्फ आ चीज होगी। नीचे वाला सेंटेंस देखिए मैं बचपन से यहाँ रह रहा हूँगा, ठीक है जी। तो उत्थे की है आई विल हैव बीन, सिंपल सेंटेंस है सिर्फ, बिल्कुल आप थोड़ा जिहा की है इस चीज़ों पे ध्यान देवांगे। आई विल हैव बीन लिविंग हियर फ्रॉम चाइल्डहुड, बस जी सिंपल सेंटेंस है। तो उत्थे आ चीज होगी आई विल हैव बीन लिविंग हियर फ्रॉम चाइल्डहुड।
ਤੇ ਨੋਟ ਵਾਲਾ ਅਗਰ ਲਗਾਉਣਾ ਹੋਵੇ, ਨੋਟ ਲਿਖਣਾ ਹੋਵੇ ਤਾਂ ਕੀ ਹੈ, ਨੋਟ ਜਿਹੜਾ ਹੈਗਾ ਉਹ ਸਿਰਫ ਕੀ ਹੈ 3rd ਪਲੇਸ ਤੇ ਲਗਾ ਲਾਂਗੇ। ਠੀਕ ਹੈ ਜੀ। ਤਾਂ ਆ ਜਿੰਨੇ ਵੀ ਸੈਂਟੈਂਸਿਸ ਸੀਗੇ, ਰੂਲ ਸੀਗੇ, ਸੈਂਟੈਂਸ ਫਾਰਮੇਸ਼ਨ ਸੀਗੀ, ਉਹ ਆਪਾਂ ਸਾਰੀ ਕਰਤੀ ਹੈ, ਕਵਰ ਕਰਤੀ ਹੈ। ਠੀਕ ਹੈ ਜੀ। ਵੀਡੀਓ ਥੋੜੀ ਜਿਹੀ ਲੰਬੀ ਜ਼ਰੂਰ ਹੋ ਗਈ ਹੈ, ਜ਼ਿਆਦਾ ਟਾਈਮ ਨਹੀਂ ਲੈਂਦੇ, ਤੇ ਜ਼ਰੂਰ ਇਸ ਚੀਜ਼ ਤੇ ਵਰਕ ਕਰਿਓ। ਇਹਨਾਂ ਨੂੰ ਦੇਖਣ ਦਾ ਫਾਇਦਾ ਨਹੀਂ ਹੈ, ਦੇਖ ਕੇ ਕੰਮ ਕਰਨ ਦਾ ਫਾਇਦਾ ਹੈ। ਅਗਰ ਤੁਸੀਂ ਦੇਖ ਰਹੇ ਹੋ, ਦੇਖ ਲਈ ਹੈ, ਤਾਂ ਪ੍ਰੈਕਟਿਸ ਜ਼ਰੂਰ ਕਰੋ, ਸੈਂਟੈਂਸਿਸ ਵੱਧ ਤੋਂ ਵੱਧ ਬਣਾਓ, ਬਿਕੋਜ਼ ਜਿੰਨਾ ਵੀ ਵੱਧ ਤੋਂ ਵੱਧ ਹੋ ਸਕਦਾ ਹੈ ਤੁਸੀਂ ਹਰ ਇੱਕ ਸਬਜੈਕਟ ਤੇ ਟਾਈਮ ਦਿਓ।